ਖਾਲਸਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਅੱਜ ਅਸੀਂ ਆਏ ਹੋਏ ਹਾਂ ਪਟਿਆਲੇ ਸ਼ਹਿਰ ਦੇ ਵਿੱਚ, ਜਿੱਥੇ ਕਿ ਅੱਜ ਮੈਂ ਤੁਹਾਨੂੰ ਲੈ ਕੇ ਚੱਲਾਂਗੀ ਇੱਕ ਖਾਸ ਮਿਊਜ਼ੀਅਮ ਦੇ ਵਿੱਚ। ਵੈਲ ਇਹ ਮਿਊਜ਼ੀਅਮ ਕਿਹਨਾਂ ਦਾ ਹੈ ਤੇ ਕੀ ਕਲੈਕਸ਼ਨ ਇਸ ਮਿਊਜ਼ੀਅਮ ਦੇ ਵਿੱਚ ਵੇਖਣ ਨੂੰ ਮਿਲੇਗੀ ਤੁਹਾਨੂੰ, ਉਹ ਵੀ ਤੁਹਾਨੂੰ ਦਿਖਾਣੇ ਆ ਤੇ ਉਹਨਾਂ ਦੇ ਰੂਬਰੂ ਵੀ ਕਰਾਣੇ ਆ ਜਿਨ੍ਹਾਂ ਦਾ ਇਹ ਮਿਊਜ਼ੀਅਮ ਹੈ। ਤੇ ਆਓ ਜੀ ਸਭ ਤੋਂ ਪਹਿਲਾਂ ਚੱਲਦੇ ਆ ਤੇ ਤੁਹਾਨੂੰ ਮਿਲਵਾਣੇ ਆ KS ਸੇਖੋਂ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। दर्शकों हुण इस वक्त मैं खड़ी हाँ KS ਸੇਖੋਂ जी ਦੇ म्यूजियम ਦੇ ਵਿੱਚ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਉਹਨਾਂ ਦੇ ਨਾਲ ਰੂਬਰੂ ਕਰਾ ਦਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮੇਂ ਸਾਨੂੰ ਦਿੱਤਾ ਤੇ ਜਿਹੜਾ ਇਹ ਸੋਹਣਾ ਜਿਹਾ ਮਿਊਜ਼ੀਅਮ ਹੈ ਉਹਦੇ ਸਾਨੂੰ ਦਰਸ਼ਨ ਕਰਵਾਉਣ ਦੇ ਲਈ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਕੱਢਿਆ ਸਾਡੇ ਲਈ। ਜੀ ਐਂਟੀਕ ਮਿਊਜ਼ੀਅਮ ਪਟਿਆਲਾ ਵੱਲੋਂ ਵੀ ਸਾਂਝਾ ਟੀਵੀ ਕੈਨੇਡਾ ਦਾ ਇੱਥੇ ਬਹੁਤ-ਬਹੁਤ ਜੀ ਆਇਆਂ ਨੂੰ। ਥੈਂਕ ਯੂ ਜੀ। ਤੇ ਮੈਨੂੰ ਨਾ ਸਮਝ ਨਹੀਂ ਲੱਗ ਰਹੀ ਕਿਉਂਕਿ ਇੱਥੇ ਇੰਨਾ ਕੁਝ ਹੈ ਤਾਂ ਮੈਨੂੰ ਇਹ ਨਹੀਂ ਸਮਝ ਲੱਗ ਰਿਹਾ ਕਿ ਅਸੀਂ ਸ਼ੁਰੂਆਤ ਕਿੱਥੋਂ ਕਰੀਏ। ਤਾਂ ਸਭ ਤੋਂ ਪਹਿਲਾਂ ਅਸੀਂ ਇੱਧਰੋਂ ਹੀ ਸ਼ੁਰੂਆਤ ਕਰ ਲੈਂਦੇ ਹਾਂ ਕਿਉਂਕਿ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੇ ਜਿਹੜੇ ਆ ਪੁਰਾਣੇ ਟਾਈਮ ਦੇ ਕੋਇਨਸ ਜਿਹੜੇ ਆ ਪਏ ਹੋਏ ਨੇ। ਤਾਂ ਸੇਖੋਂ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਇਹ ਜਿਹੜੇ ਕੋਇਨਸ ਨੇ ਵੱਖੋ ਵੱਖਰੇ ਟਾਈਮ ਪੀਰੀਅਡ ਦੇ ਹੈ ਨਾ, ਤਾਂ ਮੈਂ ਚਾਹੁੰਦੀ ਹਾਂ ਕਿ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਕਿਹੜੇ ਟਾਈਮ ਪੀਰੀਅਡ ਦੇ ਤੁਹਾਡੇ ਕੋਲ ਇਹ ਕੋਇਨਸ ਨੇ ਤੇ ਇਹ ਕਿਹੜੀ ਸਦੀ ਦੇ ਨੇ, ਕਿੱਥੋਂ ਤੁਸੀਂ ਇਹ ਕਲੈਕਟ ਕੀਤੇ ਨੇ। ਇਸ ਮਿਊਜ਼ੀਅਮ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 20,000 ਤੋਂ ਜ਼ਿਆਦਾ ਸਿੱਕੇ ਨੇ ਜਿਨ੍ਹਾਂ ਦੇ ਵਿੱਚ ਮੁਗਲ ਬਾਬਰ ਤੋਂ ਲੈ ਕੇ ਅਕਬਰ ਸੈਕੰਡ ਤੱਕ ਕੰਪਲੀਟ ਕਲੈਕਸ਼ਨ ਹੈ। ਉਸ ਤੋਂ ਬਾਅਦ 55 ਉਹ ਰਿਆਸਤਾਂ ਨੇ ਜਿਹੜੀਆਂ ਹੁਣ ਖਤਮ ਹੋ ਚੁੱਕੀਆਂ ਨੇ, ਉਹਨਾਂ ਦੇ ਸਿੱਕੇ ਮੇਰੇ ਮਿਊਜ਼ੀਅਮ 'ਚ ਨੇ। ਫਿਰ ਇਹਦੇ ਵਿੱਚ ਸਿੱਖ ਕੋਇਨ ਨੇ ਪਟਿਆਲਾ ਰਿਆਸਤ ਦੀ ਕੰਪਲੀਟ ਕਲੈਕਸ਼ਨ ਹੈ। ਇਹਦੇ 'ਚ ਨਾਭਾ, ਜੀਂਦ, ਕੈਥਲ, ਮਲੇਰਕੋਟਲਾ ਦੇ ਨਵਾਬਾਂ ਦੇ ਸਿੱਕੇ। ਫਿਰ ਇਹਦੇ ਵਿੱਚ ਸਭ ਤੋਂ ਵੱਡੀ ਕਲੈਕਸ਼ਨ ਹੈ ਐਂਸ਼ੀਅੰਟ ਕੋਇਨਸ ਦੀ। 600 BC ਤੱਕ ਪੰਚਮਾਰਕ ਜਿਹੜੇ ਸਿੱਕੇ ਹੈਗੇ 2600 ਸਾਲ ਪੁਰਾਣੇ, ਉਹਨਾਂ ਦੀ ਕਲੈਕਸ਼ਨ ਇਸ ਮਿਊਜ਼ੀਅਮ 'ਚ ਹੈ। ਫਿਰ ਕੁਝ ਫੋਰਨ ਕਰੰਸੀ ਹੈ 200 ਮੁਲਕਾਂ ਦੀ ਇਕੱਠੀ ਕੀਤੀ ਹੈ ਤੇ ਪੋਸਟ ਇੰਡੀਪੈਂਡੈਂਟ, ਆਫਟਰ ਇੰਡੀਪੈਂਡੈਂਟ, ਸੋ ਕੁੱਲ ਮਿਲਾ ਕੇ 20,000 ਤੋਂ ਜ਼ਿਆਦਾ ਸਿੱਕੇ ਇੱਥੇ ਇਸ ਮਿਊਜ਼ੀਅਮ 'ਚ ਨੇ। ਹੁਣੇ ਜਿਹੜਾ ਅਸੀਂ ਦੇਖ ਰਹੇ ਸੀਗੇ ਇੱਥੇ ਟੇਬਲ ਦੇ ਉੱਤੇ ਡਿਸਪਲੇ ਕੀਤਾ ਹੈ, ਇਹ ਮੇਰੇ ਲਈ ਤਾਂ ਸਰਪਲਸ ਸਿੱਕੇ ਨੇ ਜਿਹੜੇ ਮੈਂ ਬਾਹਰ ਰੱਖੇ ਨੇ। ਐਕਚੁਅਲੀ ਕਲੈਕਸ਼ਨ ਮੇਰੀ ਜਿਹੜੀ ਐਲਬਮਸ ਦੇ ਵਿੱਚ ਲੱਗੀ ਹੋਈ ਹੈ। ਸੋ ਇਹ ਉਹ ਸਿੱਕੇ ਨੇ ਜਿਹੜੇ ਕਿ ਜਦੋਂ ਅਸੀਂ ਮਿਊਜ਼ੀਅਮ ਦੇ ਵਿੱਚ ਆਉਣੇ ਆ, ਸਭ ਤੋਂ ਅਸੀਂ ਕਿਤੇ ਵੀ ਜਾਂਦੇ ਹਾਂ ਤੇ ਅਸੀਂ ਘਰ ਦੇ ਵਿੱਚ ਵੀ ਜਦੋਂ ਐਂਟਰ ਕਰਦੇ ਹਾਂ ਤਾਂ ਕੁਛ ਇੱਦਾਂ ਦੀ ਚੀਜ਼ ਰੱਖਦੇ ਹਾਂ ਕਿ ਜਿਹੜਾ ਬਾਹਰੋਂ ਆਉਣ ਵਾਲਾ ਹੈ ਉਹਨੂੰ ਚੀਜ਼ ਅਟਰੈਕਟ ਕਰੇ। ਸੋ ਇਹ ਇੱਕ ਅਟਰੈਕਟ ਕਰਦਾ ਹੈ ਜਿਹੜਾ ਡਿਸਪਲੇ ਮੈਂ ਕੀਤਾ ਹੈ। ਇਹਦੇ ਵਿੱਚ ਸ਼ੇਰ ਸ਼ਾਹ ਸੂਰੀ ਦੇ ਸਿੱਕੇ ਨੇ, ਇਸਲਾਮ ਸ਼ਾਹ ਦੇ ਨੇ, ਇਹਦੇ 'ਚ ਕੁਸ਼ਾਨ ਪੀਰੀਅਡ ਦੇ ਨੇ, ਮਹਾਰਾਜਾ ਰਣਜੀਤ ਸਿੰਘ ਦੇ ਨੇ, ਕੁਛ ਦਿੱਲੀ ਦੀਆਂ ਰਿਆਸਤਾਂ ਨੇ, ਕੁਛ ਅਰਬ ਦੇ ਸਿੱਕੇ ਨੇ, ਅਕਬਰ ਦੇ ਸਿੱਕੇ ਨੇ। ਸੋ ਇਹ 'ਚ ਕੁੱਲ ਮਿਲਾ ਕੇ ਜਿਹੜਾ ਇੱਕ ਡਿਸਪਲੇ ਇੱਥੇ ਮੈਂ ਕੀਤਾ ਸਿਰਫ ਦੇਖਣ ਲਈ ਕਿ ਜਦੋਂ ਅਸੀਂ ਅੰਦਰ ਆਉਂਦੇ ਹਾਂ ਤਾਂ ਇਮੀਡੀਏਟਲੀ ਸਾਨੂੰ ਦੇਖਣ ਲਈ ਕੁਝ ਚੀਜ਼ ਉੱਥੇ ਮਿਲਣੀ ਚਾਹੀਦੀ ਹੈ। ਜੀ ਜੀ ਅੱਛਾ, ਜਿਵੇਂ ਇਹ ਚੀਜ਼ਾਂ ਨੇ ਹੈ ਨਾ, ਇਹਨਾਂ ਦੀ ਦੇਖਭਾਲ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ। ਜਿਵੇਂ ਸਿੱਕੇ ਹੀ ਹੋ ਗਏ ਤਾਂ ਤੁਸੀਂ ਕਿਸ ਤਰ੍ਹਾਂ ਮਤਲਬ ਇਹ ਚੀਜ਼ਾਂ ਜਿਹੜੀਆਂ ਇਹ ਇੱਕ ਚੀਜ਼ ਜਿਹੜੀ ਆ ਆਪਣੀ ਜਗ੍ਹਾ ਤੇ ਇੱਥੇ ਪਈ ਹੋਈ ਹੈ, ਬੜੇ ਹੀ ਤਰੀਕੇ ਦੇ ਨਾਲ ਜਿਹੜੀ ਆ ਪਈ ਹੈ। ਜਿਵੇਂ ਕਹਿ ਲਓ ਕਿ ਇੱਥੇ ਸਿੱਕੇ ਨੇ ਤਾਂ ਇੱਥੇ ਸਿੱਕੇ ਹੀ ਨੇ ਹੈ ਨਾ, ਜਿਵੇਂ ਇੱਧਰ ਸਾਡੇ ਪਿੱਛੇ ਹੈ ਸੁਰਮੇਦਾਨੀਆਂ ਨੇ ਤਾਂ ਉੱਥੇ ਸੁਰਮੇਦਾਨੀਆਂ ਹੀ ਨੇ। ਤਾਂ ਇਹ ਚੀਜ਼ਾਂ ਜਿੱਦਾਂ ਇਹਨਾਂ ਦੀ ਸੰਭਾਲ ਵੀ ਬਹੁਤ ਕਰਨੀ ਪੈਂਦੀ, ਤਾਂ ਉਹ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਤੁਸੀਂ? ਦੇਖੋ ਹੁਣ ਇਹਨੂੰ ਕਾਫੀ ਜ਼ਿਆਦਾ ਟਾਈਮ ਹੋ ਗਿਆ, ਲਗਭਗ 40 ਸਾਲ ਹੋ ਗਏ ਮੈਨੂੰ ਇਹ ਕਲੈਕਸ਼ਨ ਕਰਦੇ ਨੇ। ਅੱਛਾ। ਤੇ ਉਹ ਫਿਰ ਟਾਈਮ ਦੇ ਨਾਲ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ। ਘਰ ਦੇ ਵਿੱਚ ਵੀ ਅਸੀਂ ਰੱਖਦੇ ਹਾਂ ਕਿ ਮਸਾਲੇ ਇੱਕ ਜਗ੍ਹਾ ਹੁੰਦੇ ਨੇ, ਦਾਲਾਂ ਇੱਕ ਜਗ੍ਹਾ ਹੁੰਦੀਆਂ ਨੇ, ਕੱਪੜੇ ਅਲੱਗ ਅਲਮਾਰੀ 'ਚ ਹੁੰਦੇ ਨੇ। ਸੋ ਇਸੇ ਤਰ੍ਹਾਂ ਇੱਥੇ ਵੀ ਇਹਨੂੰ ਤਰਤੀਬਵਾਰ ਰੱਖਿਆ ਤਾਂ ਕਿ ਜਦੋਂ ਅਸੀਂ ਸਬਜੈਕਟ ਤੇ ਕਿਸੇ ਗੱਲ ਕਰਦੇ ਹਾਂ ਤਾਂ ਸਾਨੂੰ ਉਹਦੀ ਵੈਰਾਈਟੀ ਵੇਖਣ ਨੂੰ ਮਿਲੇ ਉੱਥੇ। ਮੰਨ ਲਓ ਸੁਰਮੇਦਾਨੀ ਦੇਖਣੇ ਤੇ ਇੱਕ ਜਗ੍ਹਾ ਤੁਹਾਨੂੰ ਸੁਰਮੇਦਾਨੀ ਮਿਲਣਗੇ, ਜੇ ਕਿਤੇ ਲੌਕ ਪਏ ਨੇ ਤਾਂ ਡਿਫਰੈਂਟ ਤਰ੍ਹਾਂ ਦੇ ਲੌਕ ਉਹਦੇ 'ਚ ਤੁਹਾਨੂੰ ਅਲੱਗ-ਅਲੱਗ ਦਿਖਣਗੇ। ਸੋ ਟਾਈਮ ਮੈਨੇਜਮੈਂਟ ਜਿਹੜੀ ਉਹ ਕਰਨੀ ਪੈਂਦੀ ਹੈ ਕਿਉਂਕਿ ਮੈਂ ਇਸ ਤੋਂ ਇਲਾਵਾ ਵੀ ਮੇਰੀਆਂ ਬਹੁਤ ਐਕਟੀਵਿਟੀਜ਼ ਨੇ। ਮੈਂ ਜੌਬ ਤੋਂ ਰਿਟਾਇਰ ਹੋ ਚੁੱਕਿਆ ਜੀ, ਰਾਦਰ ਮੈਂ ਪ੍ਰੀ ਮੈਚੁਰ ਰਿਟਾਇਰਮੈਂਟ ਲੈ ਲਈ ਸੀ। ਤੇ ਉਸ ਤੋਂ ਇਲਾਵਾ ਕੁਝ ਇੱਕ ਦੋ NGO ਹੈਗੀਆਂ ਸਾਡੀਆਂ। ਮੈਂ ਟ੍ਰੈਫਿਕ ਮਾਰਸ਼ਲ ਹਾਂ, ਮੈਨੂੰ ਗਾਉਣ ਦਾ ਸ਼ੌਕ ਹੈ, ਮੈਨੂੰ ਲਿਖਣ ਦਾ, ਮੇਰੀ ਬੁੱਕ ਪਬਲਿਸ਼ ਹੋਈ ਹੈ। ਮੇਰਾ ਟੈਰਸ ਗਾਰਡਨ ਹੈ ਜਿਹਦੇ 'ਚ 5,20,000 ਮੈਂਬਰ ਨੇ 100 ਤੋਂ ਜ਼ਿਆਦਾ ਮੁਲਕਾਂ ਤੋਂ। ਸੋ ਉਹ ਸਾਰਾ ਕੁਝ ਵੀ ਇਹਦੇ ਨਾਲ ਮੈਂ ਮੈਨੇਜ ਕਰਦਾ। ਸੋ ਟਾਈਮ ਮੈਨੇਜਮੈਂਟ ਤੇ ਕਰਨੀ ਪੈਂਦੀ ਹੈ ਤੁਹਾਨੂੰ। ਤੁਸੀਂ ਜਦੋਂ ਕੋਈ ਕੰਮ ਕਰਦੇ ਹੋ ਤੁਹਾਨੂੰ ਉਹਦੇ ਲਈ ਵੱਖਰਾ ਟਾਈਮ ਕੱਢਣਾ ਪੈਂਦਾ। ਸੋ ਮੈਨੂੰ ਹਾਲੇ ਤੱਕ ਐਸ ਸੱਚ ਕੋਈ ਦਿੱਕਤ ਨਹੀਂ ਆਈ ਇਹਦੇ 'ਚ। ਸੋ
ਤੁਹਾਡੇ ਸਾਹਮਣੇ ਹੀ ਹੈ ਜੋ ਕੁਛ ਹੈ, ਤਰਤੀਬ ਬਾਰੇ ਸਾਰਾ। ਜੀ, ਤੇ ਅਸੀਂ ਸ਼ੁਰੂਆਤ ਕਰਦੇ ਹਾਂ ਆਪਣੇ ਦਰਸ਼ਕਾਂ ਨੂੰ ਦਿਖਾਉਂਦੇ ਹਾਂ ਕਿ ਇੱਥੇ ਕੀ ਕੀ ਜਿਹੜਾ ਇਹ ਮਿਊਜ਼ੀਅਮ ਦੇ ਵਿੱਚ ਹੈਗਾ ਆ, ਤੇ ਇੱਧਰ ਤੋਂ ਸ਼ੁਰੂ ਕਰਦੇ ਹਾਂ। ਤਾਂ ਇੱਥੇ ਜਿਹੜੇ ਆ ਪੱਥਰ ਪਏ ਹੋਏ ਨੇ ਹਨਾ, ਵੇਖਣ ਨੂੰ ਇਹ ਤੁਸੀਂ ਦੱਸ ਸਕਦੇ ਹੋ ਕਿ ਵੇਖਣ ਨੂੰ ਤਾਂ ਸਿਰਫ ਇਹ ਪੱਥਰ ਲੱਗ ਰਹੇ ਨੇ, ਤਾਂ ਇਹ ਚੀਜ਼ ਕੀ ਹੈ? ਜੀ ਸਭ ਤੋਂ ਪਹਿਲਾਂ ਉੱਪਰ ਜਿਹੜੇ ਅਸੀਂ ਦੇਖ ਰਹੇ ਹਾਂ ਇਹ ਮਿੱਟੀ ਦੇ ਹਥਿਆਰ ਨੇ, ਜਿਹੜੇ ਕਿ ਉਸ ਟਾਈਮ ਲੜਾਈ ਦੇ ਵਿੱਚ ਕੰਮ ਆਉਂਦੇ ਸੀ। ਇਹਨਾਂ ਦੇ ਕਬੀਲੇ ਹੁੰਦੇ ਸੀ, ਆਪਸ 'ਚ ਲੜਦੇ ਸੀਗੇ। ਟੈਰਾਕੋਟਾ ਕੇਕਸ ਇਹਨਾਂ ਨੂੰ ਨਡਿਊਲਸ ਐਂਡ ਕੇਕਸ ਕਹਿੰਦੇ ਨੇ। ਇੰਡਸ ਪੀਰੀਅਡ ਇਹਨਾਂ ਦਾ ਹੈਗਾ ਜੀ। ਅੱਛਾ। ਸੋ ਇਹ ਇਹਨਾਂ ਦੀ ਸ਼ੇਪ ਇਸ ਤਰ੍ਹਾਂ ਬਣਾਈ ਗਈ ਸੀ ਕਿ ਜਦੋਂ ਇਹਨੂੰ ਮਾਰਨਾ ਹੈਗਾ ਤੇ ਤੁਹਾਡੇ ਹੱਥ 'ਚੋਂ ਸਕਿਪ ਨਾ ਕਰੇ, ਤਿਲਕੇ ਨਾ। ਸੋ ਗ੍ਰਿਪ ਜਿਹੜੀ ਆ ਜੀ ਗ੍ਰਿਪ ਇਹਦੀ ਬਣੀ ਰਹੇ। ਇਸੇ ਤਰ੍ਹਾਂ ਇਹ ਮਿੱਟੀ ਜਦੋਂ ਕੱਚੀ ਹੁੰਦੀ ਸੀ, ਕੱਚੀ ਮਿੱਟੀ ਦੇ ਵਿੱਚ ਹੀ ਇੰਪ੍ਰੈਸ਼ਨ ਦਿੱਤੇ ਜਾਂਦੇ ਸੀਗੇ। ਉਂਗਲਾਂ ਦੇ ਇੰਪ੍ਰੈਸ਼ਨ ਹੈਗੇ ਇਹ ਸਾਈਡ ਤੋਂ ਫੜਨ ਲਈ। ਉਸ ਤੋਂ ਬਾਅਦ ਇਹਨਾਂ ਨੂੰ ਬੇਕ ਕੀਤਾ ਜਾਂਦਾ ਸੀ, ਸੋ ਦੈਟ ਜਦੋਂ ਤੁਸੀਂ ਫੜ ਕੇ ਇਹਨੂੰ ਮਾਰਨਾ ਹੈ ਤੁਹਾਡੇ ਹੱਥ 'ਚੋਂ ਤਿਲਕੇ ਨਾ ਤੇ ਸਿੱਧਾ ਜਾ ਕੇ ਨਿਸ਼ਾਨੇ ਤੇ ਵੱਜੇ। ਸੋ ਸਾਰੇ ਜਾਣੇ ਲੜਦੇ ਸੀਗੇ, ਛੋਟੇ ਵੀ ਲੜਦੇ ਹੁੰਦੇ ਸੀ, ਵੱਡੇ ਲੜਦੇ ਸੀ, ਤੇ ਇਸ ਕਰਕੇ ਹਰੇਕ ਦੇ ਸਾਈਜ਼ ਦੇ ਵਿੱਚ ਬਣੇ ਹੋਏ ਨੇ ਜੀ। ਫਿਰ ਉਸ ਤੋਂ ਬਾਅਦ ਅਸੀਂ ਇਹ ਦੇਖ ਰਹੇ ਹਾਂ ਗੁਪਤਾ ਪੀਰੀਅਡ ਦੀਆਂ ਕੁਝ ਸਪ੍ਰਿੰਕਲਰਸ ਦੀਆਂ ਨੈਕ ਹੈਗੀਆਂ ਜਿਹੜੀਆਂ ਸੁਰਾਹੀਆਂ ਹੁੰਦੀਆਂ ਨੇ। ਸੋ ਇਹ ਇੱਕ ਛੋਟੀ ਜਿਹੀ ਕਲੈਕਸ਼ਨ ਮੈਂ ਕੀਤੀ ਹੈ ਕਿ ਉਸ ਟਾਈਮ ਦੇ ਵਿੱਚ ਗੁਪਤਾ ਪੀਰੀਅਡ 'ਚ ਕਿੱਦਾਂ ਦੀਆਂ ਸੁਰਾਹੀਆਂ ਦੇ ਨੈਕ ਹੁੰਦੀਆਂ ਸੀਗੀਆਂ ਜੀ। ਫਿਰ ਇਹਦੇ ਨਾਲ ਅਸੀਂ ਇੱਧਰ ਦੇਖ ਰਹੇ ਹਾਂ ਕੁਝ ਟੈਰਾਕੋਟਾ ਹੈਗਾ, ਬੱਚਿਆਂ ਦੇ ਟੌਇਜ਼ ਨੇ, ਤੇ ਕੁਝ ਜਿੱਦਾਂ ਇਹ ਬਾਉਲ ਪਏ ਨੇ, ਇਹ ਹੈਗਾ ਨਾਈਫ ਐਜ ਬਾਉਲ, ਕੁਸ਼ਾਨ ਪੀਰੀਅਡ ਦਾ ਜੀ। ਇਹ ਇਨਕਰਵਡ ਹੈਗਾ, ਇਹ ਵੀ ਕੁਸ਼ਾਨ ਪੀਰੀਅਡ ਦਾ। ਸੋ ਇਹ ਇੱਕ ਧੂਫਦਾਨ ਇਹ ਹੈਗਾ ਜਿਹਦੇ ਉੱਤੇ ਹਵਨ ਕਰਦੇ ਹੋਣਗੇ। ਇਹਦੇ ਤੇ ਹਰ ਸਾਈਡ ਦੇ ਉੱਤੇ 9 ਸੁਰਾਖ ਬਣੇ ਹੋਏ ਨੇ ਜਿਹੜੇ ਕਿ 9 ਗ੍ਰਹਿਾਂ ਨੂੰ ਦਰਸਾਉਂਦੇ ਨੇ ਜੀ। ਸੋ ਇਹ ਕਾਫੀ ਜ਼ਿਆਦਾ ਯੂਜ਼ ਕੀਤਾ ਹੋਇਆ। ਇਹਦੇ ਉੱਤੇ ਉਹ ਹਵਨ ਕਰਦੇ ਹੋਣਗੇ। ਫਿਰ ਇਹਦੇ ਨਾਲ ਤੁਸੀਂ ਦੇਖ ਰਹੇ ਹੋ ਇੱਕ ਮੋਲਡ ਪਿਆ ਗਣੇਸ਼ ਜੀ ਦਾ, ਕੁਝ ਮਿੱਟੀ ਦੀ ਟਿੰਡ ਪਈ ਹੈ ਜੀ। ਅਗਲੇ ਪਾਸੇ ਜਾਵਾਂਗੇ ਫਿਰ ਇੱਕ ਦੁਰਗਾ ਜੀ ਦਾ ਮੋਲਡ ਹੈ। ਇਹ ਇੱਕ ਗੋਬਲੇਟ ਹੈ ਪਾਣੀ, ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਥਰਮਸ ਜਾਂ ਬੋਟਲ 'ਚ ਪਾਣੀ ਲੈ ਕੇ ਜਾਂਦੇ ਹਾਂ, ਉਸ ਟਾਈਮ ਇਹ ਚੀਜ਼ਾਂ ਯੂਜ਼ ਹੁੰਦੀਆਂ ਸੀਗੀਆਂ। ਸੋ ਇਹ ਸਾਰੇ ਮਿੱਟੀ ਦੇ ਜਿਹੜੇ ਭਾਂਡੇ ਜਾਂ ਜੋ ਵੀ ਇੱਥੇ ਡਿਸਪਲੇ ਕੀਤਾ ਹੈਗਾ ਇਹ ਸਾਰਾ BC ਪੀਰੀਅਡ ਹੈ, ਯਾਨੀ ਕਿ 2000 ਸਾਲ ਤੋਂ ਪੁਰਾਣੇ। ਇਹਦੇ 'ਚ ਗੁਪਤਾ ਵੀ ਹੈ, ਇਹਦੇ ਸ਼ੁੰਗਾ ਪੀਰੀਅਡ ਹੈ, ਇੰਡਸ ਵੀ ਹੈ ਔਰ ਕੁਸ਼ਾਨ ਵੀ ਹੈ ਜੀ। ਤੇ ਉਸ ਤੋਂ ਬਾਅਦ ਅਸੀਂ ਨੀਚੇ ਜਿਹੜਾ ਦੇਖ ਰਹੇ ਹਾਂ ਇਹ ਕੁਝ ਮਿੱਟੀ ਦੇ ਬੀਡਸ ਹੈਗੇ। ਇਹ ਇੱਕ ਜਿਊਲਰੀ ਦਾ ਪਾਰਟ ਹੈਗਾ। ਜਿਹੜੀ ਜਿਊਲਰੀ ਉਸ ਟਾਈਮ ਜਿਹੜੀ ਮਿੱਟੀ ਦੀ ਬਣਾਈ ਜਾਂਦੀ ਸੀ ਜੀ, ਉਹਨਾਂ ਨੂੰ ਫਿਰ ਮਾਲਾ ਦੇ ਵਿੱਚ ਪਰੋ ਕੇ ਗਲ 'ਚ ਪਾਉਂਦੇ ਸੀਗੇ। ਕੁਝ ਮੈਡਲਸ ਜੀ ਕੁਝ ਕਹਿਣ ਲੱਗੇ ਸੀ। ਹਾਂਜੀ, ਮੈਂ ਇਹ ਕਹਿਣ ਲੱਗੀ ਸੀਗੀ ਕਿ ਜਿਵੇਂ ਤੁਹਾਡੀ ਇਹ ਕਲੈਕਸ਼ਨ ਹੈ, ਬਹੁਤ ਜ਼ਿਆਦਾ ਪੁਰਾਣੇ ਟਾਈਮ ਪੀਰੀਅਡ ਦੀਆਂ ਚੀਜ਼ਾਂ ਤੁਹਾਡੇ ਕੋਲ ਪਈਆਂ ਹੋਈਆਂ, ਤਾਂ ਇਹ ਇੱਕ ਜਗ੍ਹਾ ਤੇ ਮਿਲੀਆਂ ਜਾਂ ਕਹੀਏ ਕਿ ਸਿਰਫ ਪੰਜਾਬ 'ਚ ਹੀ ਮਿਲੀਆਂ, ਤਾਂ ਇਹ ਕਾਫੀ ਡਿਫਿਕਲਟ ਰਿਹਾ ਹੋਵੇਗਾ ਤੁਹਾਡੇ ਲਈ, ਕਿਉਂਕਿ ਤੁਹਾਨੂੰ ਅਲੱਗ-ਅਲੱਗ ਜਗ੍ਹਾ ਤੇ ਜਾਣਾ ਪਿਆ ਹੋਵੇਗਾ। ਜੀ ਮੈਂ ਦੱਸਦਾ ਕਿ ਇਹ ਇੱਕ ਜਗ੍ਹਾ ਤੋਂ ਨਹੀਂ ਮਿਲਦੀਆਂ। ਇਹ ਥਿਆਂ ਦੇ ਉੱਤੇ ਅਸੀਂ ਜਦੋਂ ਮੀਂਹ ਪੈਂਦੇ ਨੇ, ਬਾਰਿਸ਼ਾਂ ਹੁੰਦੀਆਂ ਨੇ, ਤੇ ਅਸੀਂ ਉੱਥੇ ਘੁੰਮਦੇ ਹਾਂ ਥਿਆਂ ਤੋਂ, ਉਹ ਸਰਫੇਸ ਦੇ ਉੱਤੋਂ ਸਾਨੂੰ ਮਿਲ ਜਾਂਦੀਆਂ ਚੀਜ਼ਾਂ। ਸੋ ਆਪਣੇ ਸਾਡੇ ਜਿਹੜੇ ਖੇਤ ਹੈਗੇ ਉਹ ਵੀ ਥਿਆਂ ਦੇ ਉੱਤੇ ਨੇ, ਜਦੋਂ ਵਾਹੁਣੇ ਆ ਉਦੋਂ ਵੀ ਕਾਫੀ ਕੁਝ ਨਿਕਲ ਆਉਂਦਾ ਹੈ। ਸੋ ਸਾਰਾ ਸਰਫੇਸ ਤੋਂ ਕਲੈਕਟ ਕੀਤਾ, ਕੋਈ ਡਿਗਿੰਗ ਕਰਕੇ ਕੋਈ ਵੀ ਚੀਜ਼ ਕਲੈਕਟ ਨਹੀਂ ਕੀਤੀ, ਕਿਉਂਕਿ ਡਿਗਿੰਗ ਅਸੀਂ ਨਹੀਂ ਕਰ ਸਕਦੇ ਜੀ। ਸੋ ਇਹਦੇ ਲਈ ਵੱਖ-ਵੱਖ ਥਾਵਾਂ ਤੇ ਅਸੀਂ ਘੁੰਮਦੇ ਰਹਿੰਦੇ ਹਾਂ। ਜਦੋਂ ਵੀ ਕਿਤੇ ਬਾਹਰ ਜਾਈਦਾ, ਸੋ ਟਰੈਵਲਿੰਗ ਦਾ ਸ਼ੌਕ ਹੈ ਮੈਨੂੰ, ਘੁੰਮਦਾ ਰਹਿਣਾ ਮੈਂ, ਤੇ ਜਦੋਂ ਕਿਤੇ ਜਾਈਦਾ ਸਾਡੀ ਕੋਸ਼ਿਸ਼ ਹੀ ਹੁੰਦੀ ਹੈ ਕਿ ਉੱਥੋਂ ਪੁਰਾਣੀ ਚੀਜ਼ਾਂ ਸਾਨੂੰ ਕਿੱਥੋਂ ਕੀ ਮਿਲ ਸਕਦੀਆਂ ਨੇ। ਅੱਛਾ, ਤੁਸੀਂ ਜਦੋਂ ਕਿਤੇ ਜਾਂਦੇ ਹੋਣੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਮਾਈਂਡ 'ਚ ਇਹੀ ਹੋਣਾ ਕਿ ਉੱਥੇ ਹੁਣ ਮੈਂ ਜਾ ਰਿਹਾ ਤੇ ਉੱਥੇ ਮੈਨੂੰ ਕੀ ਪੁਰਾਣਾ ਮਿਲ ਸਕਦਾ। ਲਾਹੌਲ ਸਪੀਤੀ ਅਸੀਂ ਟੂਰ ਤੇ ਗਏ ਤਾਂ ਉੱਥੇ ਮੇਰੀ ਕੋਸ਼ਿਸ਼ ਸੀ ਕਿ ਮੈਂ ਫੋਸਿਲਸ ਲੱਭ ਕੇ ਲਿਆਵਾਂ ਕਿਤੋਂ, ਤਾਂ ਕਿਤੋਂ ਮੈਂ ਕਿਸੇ ਹੋਰ ਪਹਾੜਾਂ ਤੇ ਜਾਂਦਾ ਤਾਂ ਮੈਂ ਕ੍ਰਿਸਟਲਸ ਲੱਭਦਾ। ਹੁਣ ਇਹ ਹੋ ਗਿਆ ਕਿ ਜੇ ਕਿਸੇ ਦੇ ਘਰ ਵੀ ਜਾਂਦੇ ਤੇ ਜਾਂਦੇ ਸਾਰ ਅਸੀਂ ਆਪਣੀ ਨਿਗਾਹ ਇੱਦਾਂ ਹੀ ਘੁਮਾਉਂਦੇ ਰਹਿੰਦੇ ਕਿ ਕੋਈ ਪੁਰਾਣੀ ਚੀਜ਼ ਪਈ ਹੈ ਇਹਨਾਂ ਦੇ ਘਰ। ਸੋ ਰਿਸ਼ਤੇਦਾਰਾਂ ਨੂੰ ਸਭ ਨੂੰ ਪਤਾ ਹੈਗਾ ਕਿ ਪੁਰਾਣੀ ਚੀਜ਼ਾਂ ਇਕੱਠੀਆਂ ਕਰਦਾ, ਲੋਕ ਆਪਣੇ ਆਪ ਦੇਣ ਲੱਗ ਗਏ। ਇਸ ਮਿਊਜ਼ੀਅਮ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਲੋਕਾਂ ਨੇ ਡੋਨੇਟ ਕੀਤੀਆਂ ਮੇਰੇ ਮਿਊਜ਼ੀਅਮ ਵਾਸਤੇ, ਉਹ ਮੈਂ ਉਹਨਾਂ ਦੇ ਨਾਮ ਲਿਖ ਕੇ ਬਕਾਇਦਾ ਡਿਸਪਲੇ ਕੀਤੀਆਂ ਨੇ। ਸੋ ਕਾਫੀ ਜਗ੍ਹਾ ਤੇ ਇਹਦੇ ਲਈ ਘੁੰਮਣਾ ਪੈਂਦਾ ਜੀ। ਅੱਛਾ, ਇੱਕ ਤੁਸੀਂ ਗਲਾਸ ਦਿਖਾਇਆ ਸੀ ਜਦੋਂ ਅਸੀਂ ਆਏ ਸੀ, ਮੈਂ ਚਾਹੁੰਦੀ ਹਾਂ ਕਿ ਦਰਸ਼ਕਾਂ ਨੂੰ ਉਹ ਜ਼ਰੂਰ ਦਿਖਾ ਦਿਓ ਜੀ। ਬੜਾ ਇੰਟਰਸਟਿੰਗ ਹੈ ਇਹ। ਹਾਂਜੀ, ਉਹ ਇਹ ਜਦੋਂ ਵੀ ਕੋਈ ਦਰਸ਼ਕ ਇੱਥੇ ਆਉਂਦਾ ਤਾਂ ਉਹਦੀ ਬੜੀ ਕਿਉਰਿਓਸਿਟੀ ਹੁੰਦੀ ਉਹਨੂੰ ਦੇਖਣ ਦੀ ਕਿ ਅਸੀਂ ਉਹ ਵੀਡੀਓ 'ਚ ਤੁਹਾਡੇ ਦੇਖਿਆ ਸੀ ਤੇ ਸਾਨੂੰ ਦਿਖਾਓ ਕਿਹੜਾ ਗਲਾਸ ਹੈ। ਹਾਂਜੀ, ਇਹ ਦੇਖੋ ਅੱਜ ਕੱਲ੍ਹ ਟੱਪਰਵੇਅਰ ਨੇ ਵੀ ਮੇਰੇ ਖਿਆਲ ਸ਼ਾਇਦ ਇਹ ਗਲਾਸ ਬਣਾ ਦਿੱਤੇ, ਫੋਲਡਿੰਗ ਗਲਾਸ। ਇਹ ਮੈਨੂੰ ਠਠਿਆਰਿਆਂ ਤੋਂ ਮਿਲਿਆ ਸੀਗਾ। ਬਟਾਲਾ ਸ਼ਹਿਰ ਮੈਂ ਗਿਆ ਸੀ ਤੇ ਉੱਥੋਂ ਮੈਂ ਜਿਹੜੇ ਠਠਿਆਰੇ ਭਾਂਡਿਆਂ ਨੂੰ ਗਾਲਦੇ ਨੇ ਹਾਂਜੀ, ਤੇ ਉਹਦੀਆਂ ਬ੍ਰਿਕਸ ਬਣਾ ਕੇ ਦੁਬਾਰਾ ਨਵੇਂ ਭਾਂਡੇ ਬਣਦੇ ਨੇ, ਇਹ ਉਹਨਾਂ ਤੋਂ ਮੈਂ ਲੈ ਕੇ ਆਇਆ ਸੀਗਾ। ਸੋ ਮੈਨੂੰ ਲੱਗਦਾ ਕਿ ਉਸ ਟਾਈਮ ਦੇ ਇਹ ਗਲਾਸ ਹੈਗਾ ਜਦੋਂ ਸਾਡੇ ਕੋਲ ਸੀਮਤ ਸਾਧਨ ਹੁੰਦੇ ਸੀ, ਚੀਜ਼ਾਂ ਘੱਟ ਤੋਂ ਘੱਟ ਲੈ ਕੇ ਜਾਣੀਆਂ, ਕੈਰੀ ਕਰਨੀਆਂ। ਸੋ ਇਹਨੂੰ ਫੋਲਡ ਕਰਕੇ ਜੇਬ ਦੇ ਵਿੱਚ ਪਾ ਲੈਂਦੇ ਸੀਗੇ। ਕੀ ਬਾਤ ਹੈ। ਸੋ ਇਹ ਬਿਲਕੁਲ ਛੋਟਾ ਜਿਹਾ ਬਣ ਜਾਂਦਾ ਤੇ ਜਦੋਂ ਅਸੀਂ ਇਹਨੂੰ ਖੋਲਦੇ ਹਾਂ ਜੀ, ਕਮਾਲ ਦੀ ਗੱਲ ਇਹ ਕਿ ਇਹਦੇ ਚੋਂ ਪਾਣੀ ਲੀਕ ਨਹੀਂ ਕਰਦਾ। ਕੀ ਬਾਤ ਹੈ ਜੀ।
ਸੋ ਮਤਲਬ ਉਹ ਟਾਈਮ ਦੇ ਵਿੱਚ ਵੀ ਜਿਹੜੀ ਆ ਕਹਿ ਲਓ ਕਿ ਟੈਕਨੀਕਲ ਚੀਜ਼ਾਂ ਨੂੰ ਜੀ। ਹਨਾ ਪੂਰਾ ਦੇਖ ਪਰਖ ਕੇ ਦੇਖੋ ਇਹ ਬਣਾਇਆ ਤਾਂ ਅਸੀਂ ਜਾਂਦਾ ਮੰਨਦੇ ਸੀਗਾ। ਹਾਂ ਕਿ ਸਾਡਾ ਜਿਹੜਾ ਹਿੰਦੁਸਤਾਨ ਦੀ ਜਿਹੜੀ ਟੈਕਨੋਲੋਜੀ ਹੈਗੀ ਪੁਰਾਣੀ ਉਹ ਬਹੁਤ ਵਿਕਸਿਤ ਸੀ ਉਸ ਟਾਈਮ ਦੇ ਵਿੱਚ ਵੀ। ਜੀ ਸੋ ਇਹ ਚੀਜ਼ਾਂ ਅੱਜ ਕੱਲ੍ਹ ਵੀ ਬਣਦੀਆਂ, ਅੱਜ ਕੱਲ੍ਹ ਲੋਕੀ ਉਹਨਾਂ ਨੂੰ ਕਾਪੀ ਕਰਨ ਲੱਗੇ, ਪਰ ਸਾਡਾ ਇੱਕ ਇਤਿਹਾਸ ਰਿਹਾ ਇਹਨਾਂ ਚੀਜ਼ਾਂ ਦੇ ਵਿੱਚ। ਜੀ। ਅੱਛਾ ਅੱਗੇ ਅਸੀਂ ਜੀ ਦੱਸੋ ਇਹ ਕੁਛ ਥੋੜਾ ਜਿਹਾ। ਇੰਕ ਪੌਟਸ ਹੈਗੀਆਂ ਇੰਗਲਿਸ਼ ਪੀਰੀਅਡ ਦੀਆਂ ਹੈਗੀਆਂ, ਕੁਛ ਤਾਂਬੇ ਦੀਆਂ, ਪਿੱਤਲ ਦੀਆਂ, ਜਿਸ ਤਰ੍ਹਾਂ ਇਹ ਸਰੋਤਾ ਹੈਗਾ ਸਪਾਰੀ ਕਟਰ ਕਹਿੰਦੇ ਜਿਹਨੂੰ ਅਸੀਂ। ਹਾਂਜੀ। ਸੋ ਦੇਖੋ ਇਹ ਬਿਲਕੁਲ ਨਵਾਂ ਹੈਗਾ ਜਿਹੜਾ ਕਿ ਅੱਜ ਕੱਲ੍ਹ ਯੂਜ਼ ਕਰਦੇ ਨੇ। ਇਹ ਮੈਂ ਲੈ ਕੇ ਆ ਕਿਸ ਤੋਂ ਖਰੀਦ ਕੇ ਰੱਖਿਆ ਇੱਥੇ। ਸੋ ਇਹ ਵੀ ਉਹੀ ਕੰਮ ਕਰਦਾ, ਇਹ ਵੀ ਉਹੀ ਕੰਮ ਕਰਦਾ, ਲੇਕਿਨ ਇਹਦੇ ਤੇ ਤੁਸੀਂ ਮੀਨਾਕਾਰੀ ਦੇਖੋ ਕੀਤੀ ਹੋਈ, ਉਹਨਾਂ ਨੇ ਮੋਰ ਬਣਾਇਆ ਉੱਤੇ, ਉਹਦੇ ਪਿੱਛੇ ਵੀ ਡਿਜ਼ਾਈਨ ਬਣਾਇਆ ਜੀ। ਤੇ ਅੱਜ ਕੱਲ੍ਹ ਬਿਲਕੁਲ ਅੱਜ ਕੱਲ੍ਹ ਤੇ ਹੁਣ ਇਹ ਹੋ ਗਿਆ ਕਿ ਜਿੱਦਾਂ ਅਸੀਂ ਕੋਈ ਵੀ ਚੀਜ਼ ਯੂਜ਼ ਐਂਡ ਥਰੋ ਹੋ ਗਈ। ਸੋ ਪਹਿਲਾਂ ਜਿਹੜੀਆਂ ਚੀਜ਼ਾਂ ਸੀ ਉਹਦਾ ਬਣਦੀਆਂ ਸੀ ਤੇ 200 400 ਸਾਲ ਤੱਕ ਪਈਆਂ ਰਹਿੰਦੀਆਂ ਸੀ, ਤਾਂ ਇਹ ਚੀਜ਼ਾਂ ਅੱਜ ਤੱਕ ਬਚੀਆਂ ਹੋਈਆਂ ਨੇ। ਹਾਂਜੀ। ਕੁਛ ਪੋਟਰੀ ਹੈ, ਡਿਫਰੈਂਟ ਪੀਰੀਅਡ ਦੀ ਪੋਟਰੀ ਹੈ। ਗੁਪਤਾ ਪੀਰੀਅਡ 'ਚ ਕਿੱਦਾਂ ਦੀ ਹੁੰਦੀ ਸੀ, ਇਸਲਾਮਿਕ ਕਿੱਦਾਂ ਦੀ ਸੀ, ਸ਼ੁੰਗਾ ਕਿੱਦਾਂ ਦੇ ਸੀ, ਮੁਗਲ ਪੋਟਰੀ ਕਿਹੋ ਜਿਹੀ ਹੁੰਦੀ ਸੀ, ਉਹ ਥੋੜ੍ਹੇ ਜਿਹੇ ਉਹਨਾਂ ਦੇ ਪੀਸੀ ਰੱਖਣ ਅਲੱਗ-ਅਲੱਗ। ਇਹਦੇ ਨਾਲ ਤੁਸੀਂ ਦੇਖੋਗੇ ਟੈਰਾਕੋਟਾ ਬੈਂਗਲਸ ਹੈਗੀਆਂ, ਫਸਟ ਸੈਂਚੁਰੀ ਦੀਆਂ ਮਿੱਟੀ ਦੀਆਂ ਚੂੜੀਆਂ ਨੇ। ਸੋ ਇਹ 2200 ਸਾਲ ਪੁਰਾਣੀਆਂ ਨੇ, ਸ਼ੈਲ ਬੈਂਗਲਸ ਨੇ, ਇਹ ਸ਼ੈਲ ਬੈਂਗਲਸ ਨੇ। ਫਿਰ ਉਸ ਤੋਂ ਬਾਅਦ ਇਹ ਮੌਰਨ ਪੀਰੀਅਡ ਦੀਆਂ ਹੈਗੀਆਂ, ਤੇ ਇਹ 2800 ਸਾਲ ਪੁਰਾਣੀਆਂ ਚੂੜੀਆਂ ਨੇ, ਟੁਕੜੇ ਨੇ 250 ਸਾਲ ਜੀ। ਇਹ ਤੁਹਾਨੂੰ ਕਲੈਕਸ਼ਨ ਕਿੱਥੋਂ ਮਤਲਬ ਮਿਲੀ? ਬਹੁਤ ਜਗ੍ਹਾ ਤੋਂ ਫਿਰ ਕੇ ਜੀ। ਅੱਛਾ, ਮਤਲਬ ਅਲੱਗ-ਅਲੱਗ ਇਹ ਜਗ੍ਹਾ ਤੋਂ। ਇਹ ਜੇ ਹੁਣ ਅਸੀਂ ਕਹੀਏ ਕਿ 2800 ਸਾਲ ਪੁਰਾਣੀਆਂ ਚੂੜੀਆਂ ਮੈਨੂੰ ਇੱਕ ਜਗ੍ਹਾ ਤੋਂ ਇੰਨੀਆਂ ਮਿਲ ਗਈਆਂ, ਇੰਨੀਆਂ ਨਹੀਂ ਮਿਲੀਆਂ, ਕਿਤੋਂ 2 ਕਿਤੋਂ 3 4 ਇਸ ਤਰ੍ਹਾਂ ਮਿਲਦੀਆਂ। ਤਾਂ ਫਿਰ ਥੋੜੀ ਜਿਹੀ ਕਲੈਕਸ਼ਨ ਬਣਾ ਕੇ ਫਿਰ ਉਹਨੂੰ ਅਸੀਂ ਡਿਸਪਲੇ ਕਰਦੇ ਹਾਂ ਜੀ। ਕੁਝ ਚੀਜ਼ਾਂ ਹੈਗੀਆਂ ਜਿਹੜੇ ਇੱਕ ਇੱਕ ਦੋ ਦੋ ਨੇ ਮੇਰੇ ਕੋਲ। ਇਹ ਸ਼ੀਸ਼ੇ ਨੇ ਸਾਰੇ ਡਿਫਰੈਂਟ। ਕੁਛ ਇਹਦੇ ਚੋਂ ਮੇਰੀ ਡਾਟਰ ਦੀ ਕਲੈਕਸ਼ਨ ਹੈ। ਅੱਛਾ। ਸੋ ਇਸ ਤੋਂ ਅੱਗੇ ਸਾਡੇ ਕੋਲ ਚਾਬੀਆਂ ਦੇਖ ਰਹੇ ਹੋ ਤੁਸੀਂ। ਇਹ ਮੈਨੂੰ ਕਿਤੋਂ ਪੁਰਾਣੀਆਂ ਚਾਬੀਆਂ ਮਿਲੀਆਂ, ਕਾਫੀ ਚਾਬੀਆਂ ਇਹਨਾਂ ਚੋਂ ਮੇਰੇ ਖੁਦ ਜਿਹੜੇ ਲੌਕ ਹੈਗੇ ਉਹਦੇ 'ਚ ਵੀ ਯੂਜ਼ ਹੋ ਗਈਆਂ। ਚਾਬੀਆਂ ਦੇ ਪਿੱਛੇ ਜਿਹੜਾ ਤੁਸੀਂ ਫਰੇਮ ਦੇਖ ਰਹੇ ਹੋ, ਹਾਂਜੀ, ਇਹ ਸਮੋਲੈਸਟ ਕੋਇਨ ਦਾ ਉਹਦਾ ਵਰਡ ਹੈ ਜੀ, ਪੰਚ ਮਾਰਕ। 450 BC ਦਾ ਪੀਰੀਅਡ ਹੈ। ਮਾਸ਼ਕ ਕਹਿੰਦੇ ਨੇ, ਮਗਧ ਦੇ ਸਿੱਕੇ ਨੇ। ਅੱਛਾ। ਸੋ ਇਹ ਬਹੁਤ ਛੋਟਾ ਸਿੱਕਾ ਹੈਗਾ ਜਿਹਨੂੰ ਲੈਂਸ ਨਾਲ ਹੀ ਦੇਖਿਆ ਜਾਂਦਾ, ਕਿਉਂਕਿ ਇਹਦੇ ਉੱਤੇ ਲਿਖਾਈ ਨਹੀਂ ਹੁੰਦੀ ਕੋਈ, ਸਿਰਫ ਪੰਚਿੰਗ ਹੁੰਦੀ ਸੀ। ਅੱਛਾ। ਇਹਨੇ ਛੋਟੇ ਤੇ ਮਤਲਬ ਉਹਦੇ ਉੱਤੇ ਪੰਚਿੰਗ ਹੈ, ਨਿਸ਼ਾਨ ਸੀਗੇ। ਇਹਦੇ ਨਾਲ ਦੇ ਤੁਹਾਨੂੰ ਅਸੀਂ ਵੱਡੇ ਦਿਖਾਣੇ, ਉਧਰ ਚਾਂਦੀ ਦੇ ਹੈਗੇ, ਉਹ 500 BC ਉਹਨਾਂ ਦਾ ਪੀਰੀਅਡ ਹੈ। ਉਹ ਇਹ ਕੁਛ ਸ਼ਿੰਗਾਰਦਾਨ ਹੈਗੇ ਛੋਟੇ, ਜਿਹਨਾਂ ਦਾ ਵੱਡੇ ਤੁਹਾਨੂੰ ਪਰਲੇ ਪਾਸੇ ਹੁਣੇ ਦਿਖਾਣੇ ਅਸੀਂ। ਸੋ ਉੱਪਰ ਜਿਹੜਾ ਅਸੀਂ ਦੇਖ ਰਹੇ ਸਾਰੇ ਗਲਾਸ ਹੈਗੇ, ਸਾਰੇ ਡਿਫਰੈਂਟ ਨੇ, ਕੋਈ ਵੀ ਇੱਕ ਦੂਸਰੇ ਨਾਲ ਮੇਲ ਨਹੀਂ ਖਾਂਦਾ ਜੀ। ਬਿਲਕੁਲ, ਮਤਲਬ ਕਿ ਆਕਾਰ ਦੇ ਵਿੱਚ ਵੀ, ਡਿਜ਼ਾਈਨ ਦੇ ਵਿੱਚ ਵੀ ਸਾਰੇ ਡਿਫਰੈਂਟ ਨੇ। ਹਾਂਜੀ। ਤੇ ਇਹ ਜਿਹੜੇ ਗਲਾਸ ਦੀ ਕਲੈਕਸ਼ਨ ਆ ਤੁਹਾਡੇ ਕੋਲ, ਇਹ ਵੀ ਮਤਲਬ ਵੱਖੋ ਵੱਖਰੀ? ਹਾਂਜੀ, ਸਾਰੇ ਉਹਨਾਂ ਤੋਂ, ਭਾਂਡੇ ਵਾਲਿਆਂ ਤੋਂ, ਠਠਿਆਰਿਆਂ ਤੋਂ ਖਰੀਦ ਕੇ ਲੈਂਦੇ ਨੇ। ਇਹ ਪੰਜਾਬ ਤੋਂ ਹੀ ਇਕੱਠੇ ਕੀਤੇ ਜਾਂ ਪੰਜਾਬ ਤੋਂ ਬਾਹਰ ਵੀ? ਕੁਛ ਇਹਨਾਂ ਚੋਂ ਹਰਿਆਣੇ ਚੋਂ ਲਏ ਨੇ ਮੈਂ, ਜਗਾਦਰੀ ਤੋਂ। ਕਿੱਥੇ ਹੈਗੀ ਉੱਥੇ ਠਠਿਆਰੇ ਹੈਗੇ ਜਗਾਦਰੀ, ਜਿਹੜੇ ਭਾਂਡੇ ਬਣਾਉਂਦੇ ਨੇ ਜੀ, ਉੱਥੇ ਪੁਰਾਣੇ ਬਰਤਨ ਆਉਂਦੇ ਨੇ ਤਾਂ ਉੱਥੋਂ ਮਿਲ ਜਾਂਦੇ ਨੇ, ਮੋਸਟਲੀ ਪੰਜਾਬ ਦੇ ਵਿੱਚ। ਤੇ ਇਹਦੇ 'ਚ ਫਿਰ ਮੈਂ ਤੁਹਾਨੂੰ ਕਹਾਂਗਾ ਕਿ ਇੱਕ ਇਹਦੇ 'ਚ ਤੁਸੀਂ ਦਿਖਾਓ ਫੋਸਿਲਸ ਹੈਗੇ। ਹਾਂਜੀ। ਜਿਹੜੇ ਬੈਲਮਨਾਈਟਸ ਨੇ, 66 ਮਿਲੀਅਨ ਤੋਂ ਲੈ ਕੇ 201 ਮਿਲੀਅਨ ਈਅਰ ਇਹਦਾ ਪੀਰੀਅਡ ਹੈ। ਇਹ ਜੁਰਾਸਿਕ ਪੀਰੀਅਡ ਦੇ ਨੇ। ਇਹ ਜਿਹੜੇ ਅਸੀਂ ਦੇਖ ਰਹੇ ਹਾਂ, ਹਾਂਜੀ, ਜਦੋਂ ਸਾਰੇ ਸਮੁੰਦਰ ਤੋਂ ਹਿਮਾਲਿਆ ਬਣਿਆ ਤੇ ਜਿੰਨੇ ਵੀ ਸਮੁੰਦਰੀ ਜੀਵ ਸੀ ਸਾਰੇ ਉਹ ਪੱਥਰਾਂ ਦੇ ਨਾਲ, ਪਾਣੀ ਦੇ ਨਾਲ ਇਕੱਠੇ ਹੋ ਕੇ ਉੱਪਰ ਆ ਗਏ। ਤੇ ਇਹ ਉਹਨਾਂ ਦਾ ਕੰਪਰੈਸ ਗਰੁੱਪ ਹੈਗਾ ਇੱਕ, ਜਿਹਦੇ 'ਚ ਕਾਫੀ ਸਾਰੇ ਬੈਲਮਨਾਈਟਸ ਲੱਗੇ ਹੋਏ ਨੇ। ਇਹ ਸਾਰੇ ਜੀਵ ਹੈਗੇ, ਸਮੁੰਦਰੀ ਜੀਵ ਨੇ, ਉਹਨਾਂ ਦੇ ਫੋਸਿਲ ਨੇ। ਸੋ ਮੈਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੇ ਨਾਲ ਉਸ ਜੀਵ ਦੀ ਇੱਕ ਫੋਟੋ ਵੀ ਬਣਾ ਕੇ ਲਾਈਏ ਜੀ, ਜਿਸ ਚੀਜ਼ ਦਾ ਫੋਸਿਲ ਹੈਗਾ। ਅੱਛਾ, ਇਹ ਅਲੱਗ-ਅਲੱਗ ਜਿਵੇਂ ਤੁਸੀਂ ਨਾਲ ਫੋਟੋ ਵੀ ਹੈ। 480 ਮਿਲੀਅਨ ਈਅਰ 올ਡ ਨੇ ਜੀ। ਹਾਂਜੀ। ਜਿਵੇਂ 383 ਮਿਲੀਅਨ ਈਅਰ 올ਡ ਨੇ। ਇਹ 230 ਮਿਲੀਅਨ ਈਅਰ 올ਡ। ਅੱਛਾ। ਇਹ ਲੱਕੜ ਦੇ ਨੇ, ਵੁੱਡ ਫੋਸਿਲ ਨੇ। ਅੱਛਾ। ਇਹ ਲੱਕੜ ਹੈ ਜਿਹੜੀ ਟਾਈਮ ਦੇ ਨਾਲ ਪੱਥਰ ਦਾ ਰੂਪ ਧਾਰਨ ਕਰ ਗਈ, ਪਥਰਾਟ ਬਣ ਗਏ। ਇਹਦੇ ਨਾਲ ਹੜੱਪਨ ਦੇਖ ਰਹੇ ਅਸੀਂ 2600 BC, ਯਾਨੀ ਕਿ 4800 ਸਾਲ ਪੁਰਾਣੇ ਚਰਟ ਬਲੇਡ ਨੇ ਪੱਥਰ ਦੇ, ਜਿਹੜੇ ਕੱਟਣ ਦੇ ਕੰਮ ਆਉਂਦੇ ਸੀਗੇ ਜੀ। ਇਹ ਵੀ ਇਹ ਸਾਰੇ ਫੋਸਿਲ ਨੇ। ਇਹ ਕੁਝ ਬੀਡਸ ਨੇ, ਜੁਐਲਰੀ ਦਾ ਪਾਰਟ ਹੈ। ਅੱਛਾ। ਇਹ ਇੱਕ ਸਿੱਕੇ ਹੈਗੇ, ਲੁਧਿਆਣੇ ਦੇ ਵਿੱਚ ਸੁਨੀਤ ਪਿੰਡ ਹੈ, ਉੱਥੇ ਇਹਨਾਂ ਦੀ ਟਕਸਾਲ ਹੁੰਦੀ ਸੀ ਜੀ। ਇਹ ਯੋਧੇ ਕੋਇਨ ਨੇ, ਟ੍ਰਾਈਬਲ ਕੋਇਨ ਨੇ। ਯੋਧੇ ਇੱਕ ਟ੍ਰਾਈਬਲ ਹੋਏ ਨੇ ਜਿਹੜੇ ਇੰਡੀਆ ਦੇ ਵਿੱਚ ਇੱਥੇ ਆਏ, ਸਾਡੇ ਪੰਜਾਬ 'ਚ ਆਏ। 2100 ਤੋਂ 2200 ਸਾਲ ਦਾ ਪੀਰੀਅਡ ਹੈਗਾ।
ਇਹ ਇਹਨਾਂ ਦੇ ਸਿੱਕੇ ਨੇ ਜੀ ਜਿਹੜੇ 2 ਪਏ ਨੇ, ਅੱਛਾ। ਤੇ ਇਹ ਇਹਦਾ ਮੋਲਡ ਹੈ ਨਾਲ ਹੂੰ ਜਿਹਦੇ 'ਚ ਬਣਾਏ ਗਏ ਨੇ। ਕੀ ਬਾਤ ਹੈ। ਇਹ ਐਰੋ ਹੈਡ ਹੈਗਾ, ਕੁਝ ਫੋਸਿਲਸ ਨੇ। ਪਿੱਛੇ ਅਸੀਂ ਜਿਹੜੇ ਪੰਚ ਮਾਰਕ ਦੀ ਗੱਲ ਕਰ ਰਹੇ ਸੀਗੇ, ਹਾਂਜੀ ਹਾਂਜੀ। 500 BC। ਹੂੰ। ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਿੱਕੇ ਨੇ, ਤਾਂਬੇ ਦੇ ਪੈਸੇ ਨੇ ਉਹਨਾਂ ਦੇ ਜੀ। ਮਤਲਬ ਕਾਫੀ ਜਿੱਦਾਂ ਕਹਿ ਲਓ ਕਿ ਤੁਸੀਂ ਇਹਦੇ ਬਾਰੇ ਸਟੱਡੀ ਵੀ ਕੀਤੀ ਹੈ ਨਾ, ਤਾਂ ਫਿਰ ਜਾ ਕੇ ਤੁਸੀਂ ਇਹਨਾਂ ਨੂੰ ਕਿਵੇਂ ਮਤਲਬ ਪਤਾ ਲੱਗਦਾ ਸੀਗਾ ਕਿ ਇਹ ਇੰਨੇ BC ਦਾ ਆ ਜਾਂ ਇਹ ਇਸ ਟਾਈਮ ਪੀਰੀਅਡ ਦਾ ਦੇਖੋ ਹੈਗਾ? ਸਟੱਡੀ ਤੇ ਹਰ ਚੀਜ਼ ਦੀ ਕਰਨੀ ਪੈਂਦੀ ਹੈ। ਕੁਝ ਇੱਕ ਇੱਕ ਸਿੱਕੇ ਵਾਸਤੇ, ਦੋ ਸਿੱਕਿਆਂ ਵਾਸਤੇ ਵੀ ਮੈਨੂੰ ਕਿਤਾਬ ਖਰੀਦਣੀ ਪਈ। ਹੁਣ ਮੇਰੇ ਕੋਲ ਜਿੰਨੇ ਵੀ ਕੋਇਨਸ ਹੈਗੇ, ਇਹ ਸਾਰਿਆਂ ਦੀਆਂ ਜਿਹੜੀਆਂ ਬੁੱਕਸ ਮੇਰੇ ਕੋਲ ਹੈਗੇ, ਰੈਫਰੈਂਸ ਹੈਗੇ, ਜਿਨ੍ਹਾਂ ਤੋਂ ਮੈਂ ਆਇਡੈਂਟੀਫਾਈ ਕੀਤੇ ਨੇ। ਫੋਸਿਲਸ ਵਾਸਤੇ ਕੁਝ ਸਾਡੇ ਅਮਰੀਕਨ ਗਰੁੱਪਸ ਹੈਗੇ ਸੀ, ਉਹ ਜੁਆਇਨ ਕੀਤੇ ਨੇ, ਜਿਨ੍ਹਾਂ ਦੇ ਵਿੱਚੋਂ ਆ ਕੇ ਸਾਨੂੰ, ਅਸੀਂ ਉਹਨਾਂ ਨੂੰ ਇਮੇजेस ਭੇਜੀਆਂ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਸਾਈਟ ਪੁੱਛੀ ਸਾਨੂੰ, ਤੇ ਉਹ ਉੱਥੋਂ ਦੇ ਫਿਰ ਅਸੀਂ ਉਹਨਾਂ ਨੇ ਆਇਡੈਂਟੀਫਾਈ ਕਰਕੇ ਦਿੱਤੇ ਸਾਨੂੰ ਇਹ। ਤੇ ਅੱਜ ਕੱਲ੍ਹ ਤਾਂ ਇੰਟਰਨੈਟ ਦੇ ਉੱਤੇ ਸਾਰਾ ਕੁਝ ਹੈਗਾ, ਗੂਗਲ ਤੇ ਤੁਸੀਂ ਕੋਈ ਵੀ ਚੀਜ਼ ਇਮੇਜ ਪਾ ਕੇ ਸਰਚ ਕਰ ਸਕਦੇ ਹੋ। ਹਾਂਜੀ। ਤੇ ਹੋਰ ਵੀ ਬਹੁਤ ਕੁਝ ਹੈ ਇੱਥੇ ਦਿਖਾਉਣ ਲਈ, ਪਰ ਇੱਥੇ ਅਸੀਂ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਂਝਾ ਵਿਰਸਾ ਦੇ ਵਿੱਚ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਅੱਜ ਅਸੀਂ ਆਏ ਹੋਏ ਹਾਂ ਪਟਿਆਲੇ ਸ਼ਹਿਰ ਦੇ ਵਿੱਚ, ਜਿੱਥੇ ਮੈਂ ਤੁਹਾਨੂੰ ਮਿਲਵਾਉਣ ਲੈ ਕੇ ਆਈ ਹਾਂ KS ਸੇਖੋਂ ਜੀ ਦੇ ਨਾਲ, ਜਿਨ੍ਹਾਂ ਨੇ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣੀ ਜਿਹੜੀ ਕਲੈਕਸ਼ਨ ਕੀਤੀ ਹੋਈ ਹੈ। ਮਿਊਜ਼ੀਅਮ ਜਿਹੜਾ ਅਸੀਂ ਦਿਖਾ ਰਹੇ ਸੀ ਤੁਹਾਨੂੰ, ਤੇ ਅੱਗੇ ਵਧਦੇ ਹਾਂ ਤੇ ਤੁਹਾਨੂੰ ਹੋਰ ਵੀ ਇਸ ਮਿਊਜ਼ੀਅਮ ਦੇ ਵਿੱਚ ਕੀ ਕੁਝ ਖਾਸ ਹੈ ਉਹ ਵਿਖਾਉਂਦੇ ਹਾਂ। ਤੇ ਸੇਖੋਂ ਜੀ, ਮਤਲਬ ਇਹ ਤਾਂ ਤੁਸੀਂ ਸਾਨੂੰ ਦੱਸਦਾ ਹੈ ਨਾ, ਜਿਵੇਂ ਕੋਇਨਸ ਦੀ ਗੱਲ ਕੀਤੀ, ਫੋਸਿਲਸ ਦੀ ਗੱਲ ਕੀਤੀ, ਤਾਂ ਹੁਣ ਮੈਂ ਚਾਹੁੰਦੀ ਹਾਂ ਕਿ ਤੁਹਾਡੇ ਕੋਲ ਨਾ ਜਿਹੜੀ ਮੈਨੂੰ ਸਭ ਤੋਂ ਸੋਹਣੀ ਕਲੈਕਸ਼ਨ ਲੱਗੀ ਉਹ ਸੀਗੀ ਸੁਰਮੇਦਾਨੀਆਂ ਦੀ, ਜਿਹੜੀ ਮੈਂ ਸਭ ਤੋਂ ਪਹਿਲਾਂ ਆਉਂਦੇ ਮੇਰੇ ਖਿਆਲ ਨਾਲ ਪੁੱਛਿਆ ਸੀਗਾ। ਤਾਂ ਹੁਣ ਮੈਂ ਚਾਹੁੰਦੀ ਹਾਂ ਕਿ ਪਹਿਲਾਂ ਅਸੀਂ ਉੱਥੋਂ ਸ਼ੁਰੂਆਤ ਕਰੀਏ। ਜੀ, ਇਹ ਸੁਰਮੇਦਾਨੇ ਹੈਗੀਆਂ ਜੀ। ਤੁਸੀਂ ਮੇਰੇ ਲੈਫਟ ਸਾਈਡ ਤੇ ਦੇਖੋਗੇ, ਉਹ ਲੇਟਰ ਹੈਗੀਆਂ ਜਿਹੜੀਆਂ ਹੁਣ ਵੀ ਅੱਜ ਕੱਲ੍ਹ ਵੀ ਲੋਕੀ ਪਿੰਡਾਂ 'ਚ ਯੂਜ਼ ਕਰਦੇ ਨੇ। ਸੋ ਇਹਦੇ 'ਚ ਕੁਝ ਲੱਕੜ ਦੀਆਂ ਨੇ, ਕੁਝ ਬੋਨ ਦੀਆਂ ਸੁਰਮੇਦਾਨੀਆਂ ਨੇ, ਜਾਂ ਕੁਝ ਚਾਂਦੀ ਦੀਆਂ ਨੇ। ਇਹ ਸਾਰੀਆਂ ਪਿੱਤਲ ਦੀਆਂ ਨੇ, ਇਹ ਇਸਲਾਮਿਕ ਪੀਰੀਅਡ ਦੀਆਂ ਨੇ। ਸੋ ਤੁਸੀਂ ਦੇਖ ਸਕਦੇ ਹੋ ਸੁਰਮੇਦਾਨੀ ਦਾ ਸਾਈਜ਼ ਔਰ ਸੁਰਮਚੂ। ਹਾਂਜੀ। ਔਰ ਇਹਨਾਂ ਦੇ ਵਿੱਚ ਇੱਥੇ ਘੁੰਗਰੂ ਪਾਏ ਹੁੰਦੇ ਸੀਗੇ ਪਹਿਲਾਂ, ਅੱਛਾ, ਜਿਹੜੇ ਕਿ ਟਾਈਮ ਦੇ ਨਾਲ ਉਹ ਤੋੜ ਦਿੱਤੇ ਗਏ ਜਾਂ ਟੁੱਟ ਗਏ। ਤੋਂ ਬੜੀਆਂ ਬਹੁਤ ਸੋਹਣੀਆਂ ਬਣੀਆਂ ਹੁੰਦੀਆਂ ਸੀ ਇਹ। ਤੇ ਇਹ ਸਾਰੀਆਂ ਇਸਲਾਮਿਕ ਪੀਰੀਅਡ ਦੀਆਂ ਸੁਰਮੇਦਾਨੀਆਂ ਨੇ। ਇਹਨਾਂ ਦੇ ਨੀਚੇ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਸਾਰੇ ਲੌਕ ਨੇ। ਹਾਂਜੀ, ਸਾਰੇ ਹੈਂਡਮੇਡ ਨੇ। ਸੋ ਇਹ ਇਹਦੀ ਚਾਬੀ ਹੈ ਲੌਕ ਦੀ। ਸੋ ਜਦੋਂ ਇਹਨੂੰ ਖੋਲਦੇ ਹਾਂ ਅਸੀਂ, ਇਸ ਤਰ੍ਹਾਂ ਖੁੱਲ ਜਾਂਦਾ ਹੈ ਜੀ। ਸੋ ਮੈਨੂੰ ਲੱਗਦਾ ਨਹੀਂ ਕਿ ਇਹਨੂੰ ਕੋਈ ਜਲਦੀ ਤੋੜ ਸਕਦਾ। ਪੁਰਾਣੇ ਟਾਈਮ ਦੇ ਵਿੱਚ ਕਹਿ ਲਓ ਕਿ ਹਨਾ, ਜਿਵੇਂ ਕਾਫੀ ਉਹਦੇ ਨਾਲ ਅਸੀਂ ਪਹਿਲਾਂ ਵੀ ਜਿਵੇਂ ਕਿਹਾ ਕਿ ਹਰ ਟੈਕਨੀਕ ਦੇ ਨਾਲ ਬਣਾਇਆ ਗਿਆ। ਐਕਚੁਅਲੀ ਕੀ ਹੁੰਦਾ ਸੀਗਾ ਕਿ ਉਸ ਟਾਈਮ ਕੰਪਰੋਮਾਈਜ਼ ਨਹੀਂ ਸੀ ਕੀਤਾ। ਹਾਂਜੀ। ਅੱਜ ਕੱਲ੍ਹ ਲੋਕੀ ਕੁਆਲਿਟੀ ਨਾਲ ਕੰਪਰੋਮਾਈਜ਼ ਕਰਦੇ ਨੇ ਜੀ। ਸੋ ਉਦੋਂ ਕੰਪਰੋਮਾਈਜ਼ ਨਹੀਂ ਸੀ ਹੁੰਦਾ, ਤਾਂ ਹੀ ਇਸੇ ਕਰਕੇ ਚੀਜ਼ਾਂ ਹੁਣ ਤੱਕ ਪਈਆਂ ਨੇ ਇੱਥੇ ਜੀ। ਇਹਦੇ ਨਾਲ ਕੁਝ ਸ਼ਿੰਗਾਰਦਾਨ ਨੇ। ਹਾਂਜੀ। ਜਿਹੜੇ ਜਿਊਲਰੀ, ਮੇਕਅਪ ਦਾ, ਮੇਕਅਪ ਕਿਟਸ ਜਿਹੜੀਆਂ ਇਹਨਾਂ ਨੂੰ ਅਸੀਂ ਕਹਿੰਦੇ ਆ, ਪੁਰਾਣੇ ਸਮੇਂ ਦੀਆਂ ਜੀ। ਹਾਂਜੀ। ਅੱਜ ਕੱਲ੍ਹ ਤੇ ਤੁਸੀਂ ਦੇਖਦੇ ਹੋ ਕਿ ਜਿੱਦਾਂ ਬਲਸ਼ਰ ਔਰ ਦੂਸਰੇ ਸਾਰਾ ਸਮਾਨ ਜਿਹੜਾ ਹੈਗਾ ਉਹ ਯੂਜ਼ ਐਂਡ ਥਰੋ ਹੋ ਗਿਆ। ਸੋ ਇਹਨਾਂ ਦੇ ਵਿੱਚ ਉਹ ਸਾਰੇ ਫੇਸ ਦੇ ਜਿਹੜੇ ਜੀ ਮੇਕਅਪ ਦਾ ਸਮਾਨ ਸੀ ਉਹਦੇ 'ਚ ਰੱਖਿਆ ਜਾਂਦਾ ਸੀ, ਔਰ ਇਹਨੂੰ ਤੋਂ ਲੌਕ ਕਰ ਦਿੰਦੇ ਸੀ ਤਾਂ ਕਿ ਉਹ ਬਾਹਰ ਨਾ ਗਿਰੇ। ਸੋ ਇਹਨੂੰ ਸਿੰਪਲ ਵੀ ਬਣਾਇਆ ਜਾ ਸਕਦਾ ਸੀ। ਉਹਨਾਂ ਨੇ ਹਰੇਕ ਪਾਕਟ ਦੇ ਉੱਤੇ ਮੋਰ ਬਣਾਇਆ ਹੈ। ਇਹ ਮੋਰਨੀਆਂ ਨੇ ਸਾਰੀਆਂ, ਤੇ ਇਹ ਮੋਰ ਹੈਗਾ ਜਿਹੜਾ ਪੈਲ ਪਾਉਂਦਾ ਵਿਚਾਰੇ ਜੀ। ਕਿੰਨੀ ਬਰੀਕੀ ਦੇ ਨਾਲ ਮਤਲਬ ਜਿਹੜਾ ਇਹ ਕੰਮ ਕੀਤਾ ਗਿਆ ਪਿੱਤਲ ਦਾ ਜੀ। ਕਿੰਨੇ ਤਰ੍ਹਾਂ ਦੇ ਤੁਹਾਡੇ ਕੋਲ ਇਹ ਸਾਰੇ ਲੌਕ ਨੇ ਜੀ, ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਸੀ। ਕੁਝ ਚਾਬੀਆਂ ਇਹਨਾਂ ਦੇ ਵਿੱਚ ਲਗਾਈਆਂ ਗਈਆਂ ਨੇ। ਇਸ ਤੋਂ ਅੱਗੇ ਇੱਕ ਦੇਖਾਂਗੇ ਅਸੀਂ, ਉਹ ਡੱਬੀਆਂ ਪਈਆਂ ਨੇ ਜਿਹੜੀਆਂ ਸੈਕੰਡ ਵਰਲਡ ਵਾਰ ਦੇ ਵਿੱਚ, ਇਹ ਵਾਲੀਆਂ। ਹਾਂਜੀ, ਮਲਕਾ ਵਿਕਟੋਰੀਆ ਨੇ ਚਾਕਲੇਟ ਪਾ ਕੇ ਵੰਡੀਆਂ ਸੀਗੀਆਂ ਜੀ। ਅੱਛਾ ਜੀ। ਚਾਕਲੇਟ ਬਾਕਸ ਹੈਗੇ ਜੀ।
ਉਸ ਟਾਈਮ ਦੇ ਚਾਕਲੇਟ ਬਾਕਸ। ਸੋ ਇਸ ਤੋਂ ਇਲਾਵਾ ਇਸ ਮਿਊਜ਼ੀਅਮ ਦੇ ਵਿੱਚ ਸਟੇਟਾਂ ਦੀ ਕੁਝ ਸਟੇਸ਼ਨਰੀ ਹੈ, ਪੋਸਟਲ ਸਟੇਸ਼ਨਰੀ ਹੈ, ਜਿਹਦੇ ਵਿੱਚ ਉਹਨਾਂ ਦੇ ਲੈਟਰ ਹੈਡਸ ਨੇ, ਉਹਨਾਂ ਦੇ ਨਵੈਲਪਸ ਨੇ, ਚਿੱਠੀਆਂ ਨੇ, ਪੋਸਟ ਕਾਰਡ ਨੇ, ਉਹਨਾਂ ਦੀਆਂ ਹੁੰਡੀਆਂ ਨੇ, ਪ੍ਰਾਈਵੇਟ ਇਸ਼ੂ ਜਿਹੜੇ ਲੈਣ ਦੇਣ ਪੈਸੇ ਦਾ ਕਰਦੇ ਸੀ। ਫਿਰ ਸਟੇਟਾਂ ਦੇ ਅਸਟਾਮ, ਉਹਨਾਂ ਦੇ ਪਟੀਸ਼ਨ ਪੇਪਰਸ, ਕੋਰਟ ਫੀਸ ਔਰ ਸਟੈਂਪਸ, ਇਹ ਸਾਰੀਆਂ ਚੀਜ਼ਾਂ ਮੈਂ ਇਕੱਠੀਆਂ ਕੀਤੀਆਂ, ਜਿਹੜੇ ਮੈਂ ਡਿਸਪਲੇ ਨਹੀਂ ਕਰ ਸਕਦਾ ਇੱਥੇ ਕਿਉਂਕਿ ਬਹੁਤ ਜ਼ਿਆਦਾ ਸਮਾਨ ਹੈਗਾ ਉਹ। ਤੇ ਇਹ ਚੀਜ਼ਾਂ ਤੁਸੀਂ ਕਿੱਦਾਂ ਇਕੱਠੀਆਂ ਕੀਤੀਆਂ? ਅਸਲ 'ਚ ਸਾਡੇ ਨਿਊਮਿਸਮੈਟਿਕ ਸੁਸਾਇਟੀਜ਼ ਹੈਗੀਆਂ ਜੀ। ਅਸੀਂ ਉੱਥੇ ਮੀਟਿੰਗਸ ਦੇ ਵਿੱਚ ਜਾਂਦੇ ਹਾਂ, ਉਹਨਾਂ ਨੂੰ ਮਿਲਦੇ ਹਾਂ। ਉੱਥੇ ਕੁਝ ਲੋਕ ਉਹ ਆਉਂਦੇ ਜਿਹੜੇ ਫੇਰੀਆਂ ਤੋਂ ਕਲੈਕਟ ਕਰਕੇ ਲਿਆਉਂਦੇ ਨੇ, ਕਬਾੜੀਆਂ ਕੋਲ ਗਏ, ਕਿਸੇ ਪੁਰਾਣੇ ਬੰਦੇ ਕੋਲ ਗਏ, ਉੱਥੋਂ ਸਮਾਨ ਖਰੀਦਿਆ, ਉਹ ਆ ਕੇ ਸਾਨੂੰ ਉੱਥੇ ਫਿਰ ਪ੍ਰੋਵਾਈਡ ਕਰਦੇ ਨੇ ਜੀ। ਉਸ ਤੋਂ ਇਲਾਵਾ ਅਸੀਂ ਖੁਦ ਵੀ ਜਾਂਦੇ ਹਾਂ, ਜਦੋਂ ਤਾਂ ਸੁਨਿਆਰਿਆਂ ਕੋਲ ਜਾ ਕੇ ਪੁੱਛਦੇ ਹਾਂ ਕੋਈ ਚਾਂਦੀ ਦਾ ਸਿੱਕਾ ਹੈ, ਜਾਂ ਭਾਂਡੇ ਵਾਲਿਆਂ ਨੂੰ ਪੁੱਛਿਆ ਕੋਈ ਤੁਹਾਡੇ ਕੋਲ ਪਿੱਤਲ ਦਾ ਸਿੱਕਾ ਹੈ। ਸੋ ਇਦਾਂ ਇਕੱਠਾ ਕਰ ਲਈਦਾ। ਪਰ ਹੁਣ ਮੈਂ ਕਾਫੀ ਦੇਰ ਤੋਂ ਕਲੈਕਸ਼ਨ ਬੰਦ ਕੀਤੀ ਹੈ ਕਿਉਂਕਿ ਮੇਰੇ ਕੋਲ ਬਹੁਤ ਜ਼ਿਆਦਾ ਕਲੈਕਸ਼ਨ ਹੋ ਚੁੱਕੀ ਹੈ ਜੀ। ਜਿੰਨਾ ਸਮਾਨ ਅਸੀਂ ਇੱਥੇ ਦੇਖ ਰਹੇ ਹਾਂ ਇਸ ਤੋਂ ਜ਼ਿਆਦਾ ਕਬੋਰਡਸ ਦੇ ਅੰਦਰ ਪਿਆ। ਅੱਛਾ। ਸੋ ਸਾਰਾ ਡਿਸਪਲੇ ਨਹੀਂ ਕੀਤਾ ਜਾਂਦਾ, ਜਗ੍ਹਾ ਦੀ ਘਾਟ ਹੈ। ਪਰਸਨਲ ਮਿਊਜ਼ੀਅਮ ਹੈ, ਘਰ ਦੇ ਵਿੱਚ ਬਣਿਆ ਹੋਇਆ ਹੈ, ਇਸ ਕਰਕੇ ਮੈਨੂੰ ਥੋੜ੍ਹੀਆਂ ਲਿਮਿਟੇਸ਼ਨਸ ਹੈਗੀਆਂ ਇੱਥੇ। ਸੋ ਜਿੰਨਾ ਵੀ ਕੀਤਾ ਮੈਂ ਕੋਸ਼ਿਸ਼ ਕੀਤੀ ਕਿ ਹਰੇਕ ਚੀਜ਼ ਜਿਹੜੀ ਡਿਸਪਲੇ ਕੀਤੀ ਜਾਵੇ ਜੀ। ਅੱਛਾ, ਇੱਕ ਇੱਧਰ ਜਿਹੜਾ ਇਹ ਸਟੋਨ ਪਿਆ ਸੀਗਾ, ਮੈਂ ਚਾਹੁੰਦੀ ਹਾਂ ਕਿ ਉਹ ਵੀ ਅਸੀਂ ਦਰਸ਼ਕਾਂ ਨੂੰ ਦਿਖਾਈਏ ਕਿਉਂਕਿ ਮੈਨੂੰ ਉਹ ਬੜਾ ਇੰਟਰਸਟਿੰਗ ਲੱਗਾ ਸੀ ਜੀ। ਉਹ ਸਟੋਨ ਜਿਹੜਾ ਹੈਗਾ ਇਹ ਤਿੱਬਤੀਅਨ ਲੈਂਗੁਏਜ ਦੇ ਵਿੱਚ ਉਹਨਾਂ ਦੇ ਮੰਤਰ ਲਿਖੇ ਹੋਏ ਨੇ ਉੱਥੇ, ਅਸੀਂ ਉੱਥੋਂ ਹੀ ਲੈ ਕੇ ਆਏ ਸੀ ਤਿੱਬਤ ਤੋਂ। ਤੇ ਇਹਦੇ ਪਿੱਛੇ ਜਿਹੜਾ ਵੱਡਾ ਸਟੋਨ ਤੁਸੀਂ ਦੇਖ ਰਹੇ ਹੋ ਉਹ ਗ੍ਰਾਈਂਡ ਸਟੋਨ ਹੈਗਾ, ਜਿਹੜਾ ਲੰਬੇ ਵਾਲਾ ਹੈ। ਇਹ ਕੁਸ਼ਾਨ ਪੀਰੀਅਡ ਦਾ ਤਲੋ ਟੇਪਰ ਹੈ, ਬਹੁਤ ਭਾਰੀ ਹੈ ਇਹ ਮੇਰੇ ਆਪਣੇ ਖੇਤ ਚੋਂ ਮੈਂ ਲੈ ਕੇ ਆਇਆ। ਅੱਛਾ ਜੀ। ਸੋ ਕਿਸੇ ਵੱਡੀ ਫੈਮਿਲੀ ਦਾ ਤਾਂ ਇਹਨੂੰ ਗਰਾਊਟ ਕੀਤਾ ਹੋਏਗਾ ਜ਼ਮੀਨ ਦੇ ਵਿੱਚ, ਫਿਰ ਇਹ ਤੇ ਮਸਾਲਾ ਰਗੜਦੇ ਹੋਣਗੇ ਜੀ ਜੀ ਜੀ। ਅੱਛਾ, ਇਹ ਇੱਥੇ ਕੈਮਰੇ ਵੀ ਪਏ ਹੋਏ ਨੇ, ਇੱਕ ਨਿੱਕਾ ਜਿਹਾ ਕੈਮਰਾ ਹੈ, ਛੋਟਾ ਜਿਹਾ ਜੀ। ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਕਾਫੀ ਸਾਰਾ ਸਮਾਨ ਇਸ ਮਿਊਜ਼ੀਅਮ ਦੇ ਵਿੱਚ ਜਿਹੜਾ ਹੈਗਾ ਉਹ ਸਾਡੇ ਦੋਸਤ ਮਿੱਤਰਾਂ ਨੇ ਡੋਨੇਟ ਕੀਤਾ ਹੈ। ਸੋ ਇਹ ਕੈਮਰਾ ਵੀ ਮੇਰੇ ਮਿੱਤਰ ਨੇ ਇੱਥੇ ਪਟਿਆਲੇ, ਉਹਨਾਂ ਨੇ ਡੋਨੇਟ ਕੀਤਾ ਮੈਨੂੰ। ਤੇ ਇਹ ਲੁਧਿਆਣੇ ਸਾਡੇ ਦੋਸਤ ਨੇ, ਇੱਕ ਡਾਕਟਰ ਨੇ, ਇਹ ਉਹਨਾਂ ਨੇ ਗਿਫਟ ਕੀਤਾ। ਇਹਦੇ ਨਾਲ ਮੈਂ ਉਹਨਾਂ ਦਾ ਨਾਮ ਵੀ ਲਿਖ ਕੇ ਰੱਖਿਆ ਵੀ ਕਿਹਨਾਂ ਨੇ ਗਿਫਟ ਕੀਤਾ। ਤੁਹਾਡੇ ਕੈਮਰਾ ਦੇ ਕਾਫੀ ਪੁਰਾਣੇ ਹੋਣਗੇ ਨਾ, ਇਹ ਕਿਹੜੇ 1938 ਦਾ ਹੈ ਜੀ। 1938 ਦੇ ਵਿੱਚ। ਠੀਕ ਠੀਕ। ਕੈਮਰੇ ਦੀ ਲੈਫਟ ਸਾਈਡ ਤੇ ਇੱਕ ਲੌਕ ਦੇਖ ਰਹੇ ਸੀ, ਪਟਿਆਲਾ ਢੇਰਾ ਸਿੰਘ ਜਿਊਲਰਸ ਹੈਗੇ ਪਟਿਆਲੇ। ਅੱਛਾ। ਉਹਨਾਂ ਦੇ ਬੇਟੇ ਮੇਰੇ ਮਿੱਤਰ ਨੇ, ਉਹਨਾਂ ਨੇ ਮੈਨੂੰ ਲੌਕ ਦਿੱਤਾ। 2 ਕਿਲੋ ਤੋਂ ਜ਼ਿਆਦਾ ਭਾਰੀ ਹੈ ਲੌਕ। ਅੱਛਾ। ਸੋ ਕਾਫੀ ਸਾਰੀ ਚੀਜ਼ਾਂ ਲੋਕਾਂ ਦੇ ਘਰਾਂ 'ਚ ਇੱਕ ਦੋ ਦੋ ਹੁੰਦੀਆਂ ਨੇ ਤੇ ਉਹ ਫਿਰ ਮੈਨੂੰ ਇੱਥੇ ਗਿਫਟ ਕਰ ਜਾਂਦੇ ਨੇ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦਾ ਨਾਮ ਲਿਖ ਕੇ ਉਹਦੇ ਤੇ ਰੱਖੀਏ ਤਾਂ ਕਿ ਬਾਕੀ ਲੋਕਾਂ ਨੂੰ ਵੀ ਅਗਰ ਕੋਈ ਕਿਸੇ ਦੇ ਫਾਲਤੂ ਚੀਜ਼ ਪਈ ਹੈ, ਕਿਉਂਕਿ ਇਸ ਮਿਊਜ਼ੀਅਮ ਦੇ ਵਿੱਚ ਕੋਈ ਵੀ ਚੀਜ਼ ਅਸੀਂ ਵੇਚਦੇ ਨਹੀਂ ਹੈ ਜੀ। ਇਹ ਸਾਰੀ ਕਲੈਕਸ਼ਨ ਹੈਗੀ, ਹੈਰੀਟੇਜ ਨੂੰ ਸੰਭਾਲਿਆ, ਹੈਰੀਟੇਜ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਛਾ, ਇਹ ਤੁਸੀਂ ਜਿਵੇਂ ਸਾਨੂੰ ਪਹਿਲਾਂ ਦੱਸਿਆ ਸੀ ਕਿ 40 ਸਾਲ ਹੋ ਗਏ ਤੁਹਾਨੂੰ ਇਹ ਕਲੈਕਸ਼ਨ ਕਰਦਿਆਂ ਨੂੰ, ਤਾਂ ਮੈਂ ਜਾਣਨਾ ਚਾਹੁੰਦੀ ਹਾਂ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਤੁਹਾਡੀ ਫਰਸਟ ਕਲੈਕਸ਼ਨ ਸੀਗੀ ਐਂਡ ਕਿਵੇਂ ਇਹ ਸ਼ੌਂਕ ਪਿਆ ਕਿ ਮੈਂ ਇਹ ਚੀਜ਼ਾਂ ਕਲੈਕਟ ਕਰਨੀਆਂ? ਦੇਖੋ, ਪਹਿਲੀ ਕਲੈਕਸ਼ਨ ਹਮੇਸ਼ਾ ਹਰ ਬੱਚੇ ਦੀ ਨਾਨਕੇ ਜਾਂ ਦਾਦਕੇ ਘਰ ਹੀ ਹੁੰਦੇ ਨੇ, ਉੱਥੋਂ ਹੀ ਉਹਨਾਂ ਨੂੰ ਸਿੱਕੇ ਮਿਲਦੇ ਨੇ। ਸੋ ਸਾਨੂੰ ਵੀ ਮੇਰੇ ਨਾਨਕਿਆਂ ਤੋਂ ਸਿੱਕੇ ਮਿਲੇ, ਥੋੜੇ ਜਿਹੇ ਮੋਰੀ ਵਾਲੇ ਪੈਸੇ ਹੁੰਦੇ ਸੀ ਜਿਹਨਾਂ ਨੂੰ ਡਬਲੀ ਪੈਸੇ ਵੀ ਅਸੀਂ ਕਹਿੰਦੇ ਸੀ, ਉਹ ਮਿਲੇ ਸੀਗੇ। ਉਸ ਤੋਂ ਬਾਅਦ ਸਮਝ ਨਹੀਂ ਸੀ ਕਿ ਇਹਨਾਂ ਨੂੰ ਕਿਵੇਂ ਸੰਭਾਲਣਾ, ਕੀ ਕਰਨਾ, ਜਾਂ ਫਿਰ ਅੱਗੇ ਕਿਵੇਂ ਕਲੈਕਸ਼ਨ ਕਰਨੀ ਹੈ, ਕਿਉਂਕਿ ਛੋਟੇ ਸੀ ਉਹ। ਤਾਂ ਹੁਣ ਜਦੋਂ ਸਮਝ ਆਈ ਉਸ ਤੋਂ ਬਾਅਦ ਜਦੋਂ ਕਲੈਕਸ਼ਨ ਕਰਨੀ ਸ਼ੁਰੂ ਕੀਤੀ ਤਾਂ ਲੋਕਾਂ ਨੂੰ ਦੇਖਿਆ, ਟੀਵੀ ਆਏ, ਫਿਰ ਟੀਵੀ ਦੇ ਵਿੱਚ ਸ਼ੋਅ ਦੇਖਣੇ ਅਸੀਂ ਸ਼ੁਰੂ ਕੀਤੇ। ਲੋਕਾਂ ਨੇ ਅਖਬਾਰਾਂ 'ਚ ਆਪਣੀਆਂ ਕਹਾਣੀਆਂ ਲਾਈਆਂ ਕਿ ਮੈਂ ਸਿੱਕੇ ਇਕੱਠੇ ਕਰਦਾ। ਫਿਰ ਇੰਟਰਨੈਟ ਦਾ ਜ਼ਮਾਨਾ ਆ ਗਿਆ, ਫਿਰ ਨਿਊਮਿਸਮੈਟਿਕ ਸੁਸਾਇਟੀਜ਼ ਆ ਗਈਆਂ, ਫਿਰ ਉਹਨਾਂ ਨੂੰ ਪੜ੍ਹਿਆ, ਨੌਲੇਜ ਵੱਧਦੀ ਗਈ, ਸਮਾਨ ਇਕੱਠਾ ਹੁੰਦਾ ਗਿਆ। ਸੋ 40 ਸਾਲਾਂ ਦੇ ਵਿੱਚ ਅੱਜ ਇੱਕ ਪੂਰਾ ਮਿਊਜ਼ੀਅਮ ਬਣ ਗਿਆ। ਕੀ ਬਾਤ ਹੈ। ਮਤਲਬ ਇੱਕ ਆਪਣਾ ਹੀ ਤੁਸੀਂ ਨਾ ਮਿਊਜ਼ੀਅਮ ਕਹਿ ਲਓ, ਜਿੱਦਾਂ ਅਸੀਂ ਵੱਡੇ ਵੱਡੇ ਮਿਊਜ਼ੀਅਮਸ ਦੇ ਵਿੱਚ ਵੀ ਜਾਈਏ ਨਾ, ਮੈਨੂੰ ਲੱਗਦਾ ਕਿ ਉੱਥੇ ਇੰਨੀ ਕਲੈਕਸ਼ਨ ਸਾਨੂੰ ਵੇਖਣ ਨੂੰ ਨਹੀਂ ਮਿਲੇਗੀ ਜਿੰਨਾ ਤੁਹਾਡੇ ਕੋਲ ਇੱਥੇ ਕਲੈਕਸ਼ਨ ਪਈ ਹੋਈ ਹੈ। ਤੇ ਕਿੰਨੀ ਪੁਰਾਣੀ, ਐਂਡ ਹਰ ਚੀਜ਼ ਦਾ ਤੁਹਾਨੂੰ ਪਤਾ ਹੈ ਕਿ ਕਿਹੜਾ ਟਾਈਮ ਪੀਰੀਅਡ ਸੀਗਾ, ਕਿਹੜਾ ਸਮਾਂ ਸੀ, ਕਿਹੜਾ ਉਸ ਵਕਤ ਰਾਜ ਚੱਲ ਰਿਹਾ ਸੀਗਾ। ਤਾਂ ਕਾਫੀ ਡੀਪ ਸਟੱਡੀ ਵੀ ਤੁਸੀਂ ਇਹਦੇ ਨਾਲ। ਸਰਕਾਰੀ ਮਿਊਜ਼ੀਅਮ ਦੇ ਵਿੱਚ ਇਹੀ ਕੁਝ ਹੁੰਦਾ ਹੈ ਕਿ ਉੱਥੇ ਜਾ ਕੇ ਪਹਿਲਾਂ ਤਾਂ ਟਿਕਟ ਲੈਣੀ ਪੈਂਦੀ ਹੈ ਜੀ। ਫਿਰ ਉੱਥੇ ਤੁਸੀਂ ਕਿਸੇ ਚੀਜ਼ ਨੂੰ ਛੂ ਨਹੀਂ ਸਕਦੇ, ਉਹਦੇ ਨਾਲ ਫੋਟੋ ਨਹੀਂ ਖਿਚਵਾ ਸਕਦੇ ਜੀ। ਪਰ ਇਹ ਇੱਕ ਮਿਊਜ਼ੀਅਮ ਹੈ, ਮੇਰਾ ਪਰਸਨਲ ਮਿਊਜ਼ੀਅਮ ਹੈ, ਜਿਹਦੇ 'ਚ ਅਸੀਂ ਜਦੋਂ ਕੋਈ ਬੰਦਾ ਆਉਂਦਾ ਉਹਨੂੰ ਅਸੀਂ ਚਾਹ ਪਾਣੀ ਪਿਲਾਉਣਾ ਔਰ ਉਹਨਾਂ ਦੀਆਂ ਫੋਟੋਆਂ ਇੱਥੇ ਖਿੱਚਦੇ ਆ। ਉਹਨਾਂ ਨੂੰ ਕਹਿੰਦੇ ਜਿਹੜੀ ਮਰਜ਼ੀ ਚੀਜ਼ ਨੂੰ ਚੱਕ ਕੇ ਵੇਖੋ ਤੁਸੀਂ। ਉਹਨਾਂ ਨੂੰ ਪੂਰੀ ਕੋਸ਼ਿਸ਼ ਹੁੰਦੀ ਸਾਨੂੰ ਦੱਸਣ ਦੀ, ਔਰ ਇਹਦੀ ਕੋਈ ਟਿਕਟ ਨਹੀਂ। ਸੋ ਮੈਂ ਇੰਗਲੈਂਡ ਦੇ ਵਿੱਚ ਵੀ ਦੇਖੇ ਜਾ ਕੇ, ਬ੍ਰਿਟਿਸ਼ ਮਿਊਜ਼ੀਅਮ ਦੇਖੇ, ਉਹ ਫ੍ਰੀ ਨੇ ਸਾਰੇ। ਕੋਈ ਵੀ ਚੀਜ਼ ਚੱਕ ਕੇ ਦੇਖੋ ਤੁਸੀਂ, ਉਹਦੇ ਨਾਲ ਫੋਟੋ ਖਿਚਾਓ, ਕੋਈ ਇਤਰਾਜ਼ ਨਹੀਂ ਕਰਦੇ। ਇਹ ਸਾਡੇ ਹਿੰਦੁਸਤਾਨ ਦੇ ਵਿੱਚ ਥੋੜ੍ਹੀਆਂ ਪਾਬੰਦੀਆਂ ਹੈਗੀਆਂ ਜੀ ਜੀ ਜੀ। ਤੇ ਇਸੇ ਕਰਕੇ ਮੈਂ ਲੋਕਾਂ ਦੇ ਵਿੱਚ ਕੋਈ ਖੁਆਇਸ਼ ਨਾ ਰਵੇ, ਇਸ ਕਰਕੇ ਇਹਨੂੰ ਓਪਨ ਰੱਖਿਆ ਕਿ ਜਦੋਂ ਮਰਜ਼ੀ ਕੋਈ ਬੰਦਾ, ਮੰਡੇ ਟੂ ਫਰਾਈਡੇ ਮੈਂ ਟਾਈਮ ਹੈਗਾ ਤਾਂ 9 ਤੋਂ 5 ਕਿਸੇ ਟਾਈਮ ਆਵੇ, ਆ ਕੇ ਇਹਨੂੰ ਦੇਖੇ। ਮੇਰੇ ਕੋਲ ਬੱਚੇ ਆਉਂਦੇ ਨੇ, ਗਰੁੱਪ ਟੂਰ ਆਰਗੇਨਾਈਜ਼ ਕਰਦੇ ਹਾਂ ਅਸੀਂ ਬੱਚਿਆਂ ਦਾ।
ਸਕੂਲਾਂ ਦੇ ਕਾਲਜਸ ਦੇ ਬੱਚੇ, ਆਰਟ ਐਂਡ ਮਿਊਜ਼ੀਅਮ ਦੇ ਬੱਚੇ ਆਉਂਦੇ ਨੇ, ਰਿਸਰਚ ਸਕਾਲਰਸ ਆਉਂਦੇ ਨੇ। ਮੇਰੇ ਕੋਲ ਸੈਪਟ ਯੂਨੀਵਰਸਿਟੀ ਅਹਿਮਦਾਬਾਦ ਦੇ ਬੱਚੇ ਆਏ ਆਰਕੀਟੈਕਚਰ ਦੇ। ਇੱਕ ਕਿਊਰੇਟਰ ਹੈ ਗੋਰਾ ਜਿਹਦਾ ਆਪਣਾ ਮਿਊਜ਼ੀਅਮ ਇੰਗਲੈਂਡ ਦੇ ਵਿੱਚ, ਉਹ ਵਿਜ਼ਿਟ ਕਰਕੇ ਗਿਆ। ਸਿੰਗਾਪੁਰ ਅੰਬੈਸੀ ਦੇ ਐਂਬੈਸਡਰ 2 ਵਾਰੀ ਇੱਥੇ ਆ ਚੁੱਕੇ ਨੇ। ਹੋਰ ਬੜੇ ਵੱਡੇ ਵੱਡੇ ਬੰਦੇ ਇੱਥੇ ਵਿਜ਼ਿਟ ਕਰਕੇ ਗਏ ਨੇ। ਸਾਡੀ ਵਿਜ਼ਟਰ ਬੁੱਕ ਦੇ ਵਿੱਚ ਉਹਨਾਂ ਦੇ ਹਰ ਇੱਕ ਦਾ ਇੰਦਰਾਜ਼ ਹੈ। ਸੋ ਇੰਟਰਨੈਸ਼ਨਲ ਮਿਊਜ਼ੀਅਮ ਡੇ ਜਿਹੜਾ ਹੈਗਾ ਉਹ ਇੱਥੇ ਸੈਲੀਬ੍ਰੇਟ ਹੁੰਦਾ ਹੈ। ਹੈਰੀਟੇਜ ਵਾਕ ਯੂਨੈਸਕੋ ਨੇ ਕਰਾਈ ਸੀ ਲਾਸਟ ਈਅਰ, ਉਹ ਇੱਥੇ ਆਰਗੇਨਾਈਜ਼ ਹੋਈ ਸੀ। ਸੋ ਮੇਰੇ ਲਈ ਬੜੀ ਪ੍ਰਾਪਤੀ ਦੀ ਗੱਲ ਹੈ ਕਿ 2019 ਦਾ ਜਿਹੜਾ ਇੰਟਰਨੈਸ਼ਨਲ ਮਿਊਜ਼ੀਅਮ ਡੇ ਸੀ ਉਹਦੀ ਆਨਲਾਈਨ ਰਜਿਸਟ੍ਰੇਸ਼ਨ ਹੋਈ ਸੀ, ਇੱਥੇ ਆਰਗੇਨਾਈਜ਼ ਕੀਤਾ ਗਿਆ ਸੀ। 22 ਤੋਂ 23 ਉਹਦੇ ਵਿੱਚ ਲੋਕੀ ਸੀਗੇ, ਡਿਫਰੈਂਟ ਏਜ ਦੇ ਔਰ ਡਿਫਰੈਂਟ ਜਗ੍ਹਾ ਦੇ ਉੱਤੋਂ। ਸੋ ਉਹਦੀ ਜਿਹੜੀ ਮੇਰੀ ਗੂਗਲ ਦੇ ਉੱਤੋਂ ਫੋਟੋ ਇੰਟਰਨੈਸ਼ਨਲ ਕਾਉਂਸਲ ਆਫ ਮਿਊਜ਼ੀਅਮ ਪੈਰਿਸ ਦੇ ਵਿੱਚ ਹੈ, ਉਹਨਾਂ ਨੇ ਉਹ ਫੋਟੋ ਮੇਰੀ ਪਰਮਿਸ਼ਨ ਲੈ ਕੇ ਆਪਣੀ ਰਿਪੋਰਟ ਦੇ ਵਿੱਚ ਪ੍ਰਿੰਟ ਕੀਤੀ ਸੀ। ਸੋ ਪੂਰੀ ਦੁਨੀਆ ਦੇ ਵਿੱਚੋਂ 20-22 ਫੋਟੋਆਂ ਛਪੀਆਂ ਸੀ, ਜਿਹਦੇ 'ਚ ਇੱਕ ਫੋਟੋ ਇੰਡੀਆ ਦੇ ਵਿੱਚੋਂ ਇਸ ਮਿਊਜ਼ੀਅਮ ਦੀ ਪ੍ਰਿੰਟ ਹੋਈ ਸੀ। ਕੀ ਬਾਤ ਹੈ। ਸੋ ਮੇਰੇ ਬੜੀ ਮਾਣ ਦੀ ਗੱਲ ਹੈ। ਯੂਨੈਸਕੋ ਨੇ ਕਰਾਇਆ, ਨਾਰਥ ਜ਼ੋਨ ਦੀਆਂ 32 ਐਕਟੀਵਿਟੀਜ਼ ਹੋਈਆਂ, 6 ਫੋਟੋਆਂ ਪ੍ਰਿੰਟ ਹੋਈਆਂ, ਜਿਹ 'ਚੋਂ ਪਹਿਲੀ ਇਸ ਮਿਊਜ਼ੀਅਮ ਦੀ ਸੀ। ਜੀ, ਤੁਹਾਡੇ ਲਈ ਨਹੀਂ, ਮੈਨੂੰ ਲੱਗਦਾ ਕਿ ਸਾਡੇ ਪੂਰੇ ਭਾਰਤ ਦੇ ਲਈ, ਸਾਡੇ ਪੰਜਾਬ ਦੇ ਲਈ ਵੀ ਇਹ ਮਾਣ ਵਾਲੀ ਗੱਲ ਹੈ ਕਿ ਕਿਉਂਕਿ ਤੁਸੀਂ ਸਾਡੇ ਪੰਜਾਬ ਦਾ ਹੀ ਹਿੱਸਾ ਹੋ, ਸਾਡੇ ਪੰਜਾਬ ਦਾ ਹੀ ਨਾਮ ਰੋਸ਼ਨ ਕਰ ਰਹੇ ਹੋ। ਅੱਛਾ, ਇਹ ਇੱਕ ਜਿਹੜਾ ਇਹ ਪੁਰਾਣੇ ਟਾਈਮ ਦੀ ਜਿਹੜੀ ਹੈ ਇਹ ਸੰਦੂਕ, ਤਾਂ ਇਹਦੇ ਵਿੱਚ ਬੜੀ ਸੋਹਣੀ ਕਲੈਕਸ਼ਨ ਤੁਸੀਂ ਕੀਤੀ ਹੋਈ ਹੈ। ਮੈਂ ਜਾਣਦੀ ਹਾਂ ਕਿ ਜੀ ਅਸਲ 'ਚ ਸੰਦੂਕ ਤਾਂ ਹੈ ਕੱਪੜੇ ਰੱਖਣ ਲਈ ਹੈ ਜੀ। ਸੋ ਮੈਨੂੰ ਕਿਤੋਂ ਪੁਰਾਣਾ ਮਿਲਿਆ ਸੀ ਤੇ ਮੈਂ ਇਹਨੂੰ ਰਿਸਟੋਰ ਕਰਾਇਆ। ਜਗ੍ਹਾ ਦੀ ਘਾਟ ਹੈ, ਸੰਦੂਕ ਤਾਂ ਹੁਣ ਵੀ ਬਹੁਤ ਮਿਲਦੇ ਨੇ ਜੀ। ਸੋ ਇਹਨੂੰ ਰਿਸਟੋਰ ਕਰਕੇ ਮੇਰੇ ਕੋਲ ਕੁਝ ਕ੍ਰਿਸਟਲਸ ਪਏ ਸੀ, ਕੁਝ ਸਟੋਨ ਪਏ ਸੀਗੇ ਜੀ। ਸੋ ਮੈਂ ਕੋਸ਼ਿਸ਼ ਕੀਤੀ ਕਿ ਛੋਟਾ ਜਿਹਾ ਡਿਸਪਲੇ ਉਹਨਾਂ ਦਾ ਇਹਦੇ ਸੰਦੂਕ ਦੇ ਵਿੱਚ ਹੀ ਕਰ ਦਈਏ। ਸੋ ਇਹ ਜਿਹੜੇ ਉੱਪਰ ਤੁਸੀਂ ਦੇਖ ਰਹੇ ਹੋ ਇਹ ਡਿਫਰੈਂਟ ਸਟੋਨ ਨੇ, ਨੀਚੇ ਵਾਲੇ ਜਿਹੜਾ ਹੈਗਾ ਕ੍ਰਿਸਟਲਸ ਨੇ ਜਿਨ੍ਹਾਂ ਦੇ ਨਗ ਬਣਦੇ ਨੇ, ਔਰ ਸਭ ਤੋਂ ਨੀਚੇ ਜਿਹੜੇ ਤੁਸੀਂ ਬਾਲਸ ਦੇਖੋਗੇ ਮਿੱਟੀ ਦੀਆਂ ਗੋਲ, ਸੋ ਹੁਣ ਅਗਰ ਜ਼ੂਮ ਕਰਕੇ ਉਹਨਾਂ ਨੂੰ ਦਿਖਾਓਗੇ ਤੇ ਉਹ ਕੁਸ਼ਾਨ ਪੀਰੀਅਡ ਦੀਆਂ ਨੇ ਜੀ। ਜਦੋਂ ਬਿਜਲੀ ਨਹੀਂ ਸੀ ਤਾਂ ਇਹਨਾਂ ਨੂੰ ਗਰਮ ਕਰਕੇ ਕਮਰੇ 'ਚ ਰੱਖਿਆ ਜਾਂਦਾ ਸੀ ਤੇ ਫਿਰ ਹੀਟ ਰਿਲੀਜ਼ ਕਰਦੀਆਂ ਸੀਗੀਆਂ। ਮਤਲਬ ਸਰਦੀਆਂ ਦੇ ਵਿੱਚ ਜਿੱਦਾਂ ਅਸੀਂ ਹੀਟਰ ਵਗੈਰਾ ਯੂਜ਼ ਕਰਦੇ ਹਾਂ ਜੀ, ਬਿਲਕੁਲ ਉਸ ਟਾਈਮ ਦੇ ਵਿੱਚ ਇਹ ਪੱਥਰਾਂ ਦੇ ਦਾ ਜਿਹੜਾ ਮਿੱਟੀ ਦਾ ਬੇਕ ਕੀਤੇ ਹੋਏ ਨੇ। ਹਾਂਜੀ, ਅੱਛਾ, ਮਿੱਟੀ ਦੇ ਹੈ। ਮਿੱਟੀ ਦੇ ਇਹਨਾਂ ਨੂੰ ਗਰਮ ਕਰਕੇ ਕਮਰੇ 'ਚ ਰੱਖ ਲਿਆ ਜਾਂਦਾ ਸੀ। ਅੱਛਾ, ਕੀ ਬਾਤ ਹੈ। ਬਹੁਤ ਵਧੀਆ ਕਲੈਕਸ਼ਨ ਜਿਹੜੀ ਹੈ ਤੁਹਾਡੀ। ਅੱਛਾ, ਜਿਵੇਂ ਤੁਸੀਂ ਦੱਸਿਆ ਕਿ ਹਨਾ ਤੁਹਾਡੇ ਕੋਲ ਇੱਥੇ ਸਪੇਸ ਵੀ ਘੱਟ ਹੈ, ਤਾਂ ਤੁਸੀਂ ਕਦੇ ਐਵੇਂ ਨਹੀਂ ਕੀਤਾ ਕਿ ਸਰਕਾਰ ਦੇ ਨਾਲ ਗੱਲ ਕੀਤੀ ਹੋਵੇ ਕਿ ਸਾਨੂੰ ਕੁਝ ਐਵੇਂ ਦੀ ਜਗ੍ਹਾ ਦਿਵੋ, ਮੇਰੀ ਇਦਾਂ ਦੀ ਕਲੈਕਸ਼ਨ ਹੈ, ਤਾਂ ਕਿ ਕਿਉਂਕਿ ਲੋਕ ਵੀ ਜਿੱਦਾਂ ਤੁਹਾਡੇ ਇੱਥੇ ਆਉਂਦੇ ਨੇ ਵੇਖਣ ਦੇ ਲਈ, ਤਾਂ ਤੁਸੀਂ ਕੁਝ ਇਸ ਤਰ੍ਹਾਂ ਦਾ ਐਕਸਪੈਰੀਮੈਂਟ ਨਹੀਂ ਕਰਕੇ ਵੇਖਿਆ ਕਿ ਸਰਕਾਰ ਦੀ ਤੁਸੀਂ ਗੱਲ ਕੀਤੀ ਹੈ ਤਾਂ ਮੈਂ ਉਹ ਗੱਲ ਨੂੰ ਥੋੜਾ ਜਿਹਾ ਜੋੜਨਾ ਚਾਹੁੰਦਾ, ਪਰ ਉਹਦੇ 'ਚ ਮੇਰੀ ਐਕਸਪੈਕਟੇਸ਼ਨ ਕੋਈ ਨਹੀਂ ਹੈ ਕਿ ਹੁਣ ਜਿਹੜੀ ਗਵਰਨਮੈਂਟ ਆਈ ਹੈ ਉਹ ਸਰਕਾਰੀ ਜ਼ਮੀਨਾਂ ਜਿਹੜੀਆਂ ਦੱਬੀਆਂ ਲੋਕਾਂ ਨੇ ਉਹਨੂੰ ਛੁਡਾ ਰਹੀ ਹੈ ਕਿ ਇੱਕ ਸਰਕਾਰ ਦੀ ਜ਼ਮੀਨ ਸਰਕਾਰ ਕੋਲ ਹੋਵੇ। ਅੱਛਾ। ਸੋ ਅਸੀਂ ਕਦੇ ਇਦਾਂ ਦੇ ਐਫਰਟ ਨਹੀਂ ਕੀਤੇ ਕਿਸੇ ਗਵਰਨਮੈਂਟ ਕੋਲੇ ਕਿ ਸਾਨੂੰ ਕੋਈ ਜਗ੍ਹਾ ਦਿਓ ਜਿੱਥੇ ਅਸੀਂ ਆਪਣੀ ਇਹ ਡਿਸਪਲੇ ਕਰ ਸਕੀਏ, ਕਿਉਂਕਿ ਸਰਕਾਰੀ ਮਿਊਜ਼ੀਅਮ ਪਟਿਆਲੇ ਦੇ ਵਿੱਚ 2 ਨੇ, ਕਿਲ੍ਹਾ ਮੁਬਾਰਕ ਔਰ ਸ਼ੀਸ਼ ਮਹਿਲ ਜੀ। ਅਨਫੋਰਚੂਨੇਟਲੀ ਕਾਫੀ ਦੇਰ ਤੋਂ ਬੰਦ ਪਏ ਨੇ। ਹਾਂਜੀ। ਸੋ ਇਹ ਰਾਜਨੀਤੀ ਦੀ ਭੇਂਟ ਚੜ੍ਹਦੇ ਜਾ ਰਹੇ ਨੇ, ਹੌਲੀ ਹੌਲੀ ਉਹ ਮਿਊਜ਼ੀਅਮ ਨੂੰ ਸ਼ਿਫਟ ਵੀ ਕੀਤਾ ਜਾ ਰਿਹਾ ਇੱਥੋਂ ਪਟਿਆਲੇ ਦੇ ਵਿੱਚੋਂ। ਜਦੋਂ ਲੋਕ ਇੱਥੇ ਆਉਂਦੇ ਨੇ ਇੰਟਰਨੈਟ ਤੇ ਦੇਖਦੇ ਨੇ ਤਾਂ ਗੂਗਲ ਤੇ ਜਾ ਕੇ ਜਦੋਂ ਬੰਦਾ ਸਰਚ ਕਰਦਾ ਤਾਂ ਸ਼ੀਸ਼ ਮਹਿਲ ਜਾਂਦਾ, ਉੱਥੇ ਬੰਦ ਹੁੰਦਾ। ਹਾਂਜੀ। ਫਿਰ ਉੱਥੋਂ ਹੋਰ ਸਰਚ ਕਰਦਾ ਤਾਂ ਐਂਟੀਕ ਮਿਊਜ਼ੀਅਮ ਪਟਿਆਲਾ ਮੇਰਾ ਮਿਲ ਜਾਂਦਾ। ਫਿਰ ਉਹ ਮੈਨੂੰ ਫੋਨ ਕਰਦੇ ਨੇ ਕਿਉਂਕਿ ਟੂਰਿਜ਼ਮ ਦਾ ਡਿਪਾਰਟਮੈਂਟ ਪਟਿਆਲੇ ਹੈਗਾ, ਉਹਨਾਂ ਦੇ ਨਾਲ ਵੀ ਅਸੀਂ ਟਾਈ ਅਪ ਕੀਤਾ। ਉੱਥੇ ਬਰੋਸ਼ਰਸ ਮੈਂ ਆਪਣੇ ਡਿਸਪਲੇ ਕੀਤੇ ਹੋਏ ਨੇ ਕਿ ਕੋਈ ਵੀ ਬੰਦਾ ਟੂਰਿਸਟ ਆਉਂਦਾ ਤਾਂ ਤੁਸੀਂ ਉਹਨਾਂ ਨੂੰ ਮੇਰੇ ਕੋਲ ਭੇਜੋ, ਕਿਉਂਕਿ ਸਰਕਾਰੀ ਮਿਊਜ਼ੀਅਮ ਜਾ ਕੇ ਨਾਮੋਸ਼ੀ ਹੋਣੀ ਹੈ, ਉੱਥੇ ਤਾਲੇ ਲੱਗੇ ਹੋਏ ਨੇ ਜੀ, ਤੇ ਉਹ ਕਾਫੀ 10-15 ਸਾਲ ਤੋਂ ਬੰਦ ਪਏ ਨੇ। ਸੋ ਗਵਰਨਮੈਂਟ ਤੋਂ ਅਸੀਂ ਕਦੇ ਐਸ ਸੱਚ ਕੋਈ ਐਕਸਪੈਕਟੇਸ਼ਨ ਨਹੀਂ ਰੱਖੀ। ਮੇਰੀ ਆਪਣੀ ਕਲੈਕਸ਼ਨ ਹੈ ਔਰ ਮੈਂ ਚਾਹੁੰਦਾ ਵੀ ਨਹੀਂ ਕਿ ਮੈਂ ਇਹਨੂੰ ਕਿਸੇ ਨੂੰ ਦੇਵਾਂ ਜੀ। ਮੈਂ ਇੱਕ ਹੈਰੀਟੇਜ ਨੂੰ ਸੰਭਾਲ ਕੇ ਰੱਖਿਆ ਨੈਕਸਟ ਜਨਰੇਸ਼ਨ ਵਾਸਤੇ। ਸਾਡੀ ਟੈਗਲਾਈਨ ਵੀ ਇਹੀ ਹੈ, ਪ੍ਰੀਜ਼ਰਵਿੰਗ ਹੈਰੀਟੇਜ ਫਾਰ ਨੈਕਸਟ ਜਨਰੇਸ਼ਨ ਜੀ। ਮੇਰੇ ਜਿੰਨੇ ਵੀ ਮਿਊਜ਼ੀਅਮ ਦੇ ਪੋਸਟ ਕਾਰਡ ਅਸੀਂ ਪ੍ਰਿੰਟ ਕੀਤੇ ਨੇ, ਹਾਂਜੀ, ਸੋ ਇਹਦੀ ਟੈਗਲਾਈਨ ਹੈ ਪ੍ਰੀਜ਼ਰਵਿੰਗ ਹੈਰੀਟੇਜ ਫਾਰ ਨੈਕਸਟ ਜਨਰੇਸ਼ਨ ਜੀ। ਸੋ ਮੈਂ ਇਸ ਹੈਰੀਟੇਜ ਨੂੰ ਆਉਣ ਵਾਲੀ ਪੀੜ੍ਹੀ ਵਾਸਤੇ ਸੇਜ ਕੇ ਰੱਖ ਰਿਹਾ। ਸੋ ਇਹਦੇ 'ਚ ਮੇਰਾ ਕੋਈ ਇੰਟਰਸਟ ਨਹੀਂ ਹੈ ਕਿ ਮੈਂ ਇਹ ਤੋਂ ਕੋਈ ਪੈਸੇ ਕਮਾਉਣੇ ਨੇ ਜਾਂ ਮੈਂ ਕਿਸੇ ਗਵਰਨਮੈਂਟ ਨੂੰ ਦੇਣੇ ਨੇ। ਸੋ ਇਹ ਪਈ ਹੈ ਇੱਥੇ, ਮੇਰੇ ਤੋਂ ਬਾਅਦ ਵੀ ਇੱਥੇ ਰਹੇਗੀ, ਲੋਕੀ ਆਉਣਗੇ ਦੇਖਦੇ ਰਹਿਣਗੇ। ਚਲੋ, ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਐਵੇਂ ਦਾ ਕੋਈ ਉਪਰਾਲਾ ਕੀਤਾ। ਅੱਛਾ, ਜਿਵੇਂ ਤੁਸੀਂ ਘਰ ਦੇ ਵਿੱਚ ਹੀ ਹੈ, ਲੋਕ ਜਿਹੜੇ ਆਉਂਦੇ ਨੇ, ਟੂਰਿਸਟ ਆਉਂਦੇ ਨੇ, ਤਾਂ ਫੈਮਿਲੀ ਵਾਲਿਆਂ ਨੂੰ ਕੋਈ ਦਿੱਕਤ ਹੁੰਦੀ ਹੈ? ਮੇਰਾ ਖਿਆਲ ਤੁਸੀਂ ਆਏ ਹੋ ਹਾਂਜੀ ਤਾਂ ਤੁਸੀਂ ਆਬਜ਼ਰਵ ਕੀਤਾ ਹੋਣਾ ਕਿ ਮੇਰੀ ਫੈਮਿਲੀ ਨੂੰ ਕੋਈ ਪ੍ਰੋਬਲਮ ਨਹੀਂ ਹੈ। ਮੈਂ ਫੋਨ ਕੀਤਾ, ਪਾਣੀ ਆ ਗਿਆ ਸਾਡੇ ਲਈ, ਮੈਂ ਫੋਨ ਕੀਤਾ, ਸਾਡੀ ਗਰਮ ਕਾਫੀ ਆਈ ਜੀ ਜੀ ਜੀ। ਸੋ ਉਹਨਾਂ ਨੂੰ ਵੀ ਅੱਛਾ ਲੱਗਦਾ ਅਤਿਥੀ ਦੇਵੋ ਭਵ, ਜਿਸ ਤਰ੍ਹਾਂ ਸਾਡੇ ਹਿੰਦੀ ਦੇ ਵਿੱਚ ਕਿਹਾ ਗਿਆ। ਸਾਨੂੰ ਤਾਂ ਵੈਸੇ ਹੀ ਚੰਗਾ ਲੱਗਦਾ, ਘਰ ਕੋਈ ਆਉਂਦਾ ਤੇ ਅਸੀਂ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਖਾਏ ਪੀਣਾ ਪਲਾਏ ਬਿਨਾਂ ਵਾਪਸ ਨਾ ਜਾਣ ਦੇਈਏ। ਤੁਸੀਂ ਸਾਡੇ ਮਹਿਮਾਨ ਹੋ, ਸਾਨੂੰ ਬੜਾ ਚੰਗਾ ਲੱਗਿਆ ਤੁਸੀਂ ਇੱਥੇ ਆਏ, ਤੇ ਹਰੇਕ ਵਾਸਤੇ ਸਾਡਾ ਇਹੀ ਜੈਸਚਰ ਹੁੰਦਾ ਹੈ।
ਨਹੀਂ ਬਹੁਤ ਵਧੀਆ ਲੱਗਾ, ਬਹੁਤ ਅੱਛੀ ਕਲੈਕਸ਼ਨ ਹੈ ਐਂਡ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਇੱਥੇ ਮਿਊਜ਼ੀਅਮ ਦੇ ਵਿੱਚ ਤੁਸੀਂ ਰੱਖੀ ਹੋਈ ਹੈ ਉਸ ਚੀਜ਼ ਦੀ ਨੌਲੇਜ ਹੈ। ਮੈਂ ਇਹ ਜਾਣ ਕੇ ਕਿ ਕਿੰਨਾ ਕੁਝ ਜਿਹੜਾ ਹੈ ਤੁਸੀਂ ਯਾਦ ਰੱਖਿਆ, ਕਿਉਂਕਿ ਜਿਵੇਂ ਤੁਸੀਂ ਦੱਸਿਆ ਸੀਗਾ ਕਿ 40 ਸਾਲ ਤੋਂ ਤੁਸੀਂ ਕਲੈਕਸ਼ਨ ਕਰ ਰਹੇ ਹੋ। ਮੈਨੂੰ ਲੱਗਦਾ ਅਗਰ ਮੇਰੇ ਕੋਲ ਕੋਈ 40 ਸਾਲ ਪੁਰਾਣੀ ਕੋਈ ਗੱਲ ਪੁੱਛ ਲਵੇ ਜਾਂ ਕੋਈ ਐਵੇਂ ਦੀ ਚੀਜ਼ ਪੁੱਛ ਲਵੇ ਤਾਂ ਮੈਨੂੰ ਤਾਂ ਯਾਦ ਹੀ ਨਹੀਂ ਰਹੇਗੀ। ਤਾਂ ਬਹੁਤ ਵਧੀਆ ਲੱਗਾ ਕਿ ਤੁਸੀਂ ਨਾਲ ਦੀ ਨਾਲ ਨੌਲੇਜ ਵੀ ਦੇ ਰਹੇ ਹੋ, ਜਿੱਦਾਂ ਬੱਚਿਆਂ ਆਉਂਦੇ ਨੇ। ਹਾਂਜੀ, ਮੇਰਾ ਜ਼ਿਆਦਾ ਟਾਈਮ ਇੱਥੇ ਸਪੈਂਡ ਹੁੰਦਾ ਮਿਊਜ਼ੀਅਮ ਦੇ। ਇੱਕ ਚੀਜ਼ ਨੂੰ ਅਸੀਂ ਬਾਰ-ਬਾਰ ਦੇਖਦੇ ਰਹਿੰਦੇ ਆ, ਇਧਰੋਂ ਚੱਕ ਕੇ ਥੋੜੀ ਉਧਰ ਰੱਖਤੀ ਤੇ ਉਹ ਜਦੋਂ ਅਸੀਂ ਬਾਰ-ਬਾਰ ਦੇਖਦੇ ਆ ਸਾਨੂੰ ਥੋੜੀ ਚੀਜ਼ਾਂ ਯਾਦ ਹੋ ਜਾਂਦੀਆਂ ਨੇ ਜੀ। ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ 100% ਪਰਫੈਕਟ ਹਾਂ। ਹਾਲੇ ਵੀ ਕਾਫੀ ਸਾਰੀ ਚੀਜ਼ਾਂ ਨੇ ਜਿਨ੍ਹਾਂ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ। ਕੁਝ ਕੁਆਇਨਸ ਇੱਥੇ ਮੇਰੇ ਕੋਲ ਐਸੇ ਪਏ ਨੇ ਜਿਹੜੇ ਹਾਲੇ ਤੱਕ ਆਇਡੈਂਟੀਫਾਈ ਨਹੀਂ ਹੋ ਸਕੇ। ਉਹ ਪਿਛਲੇ 20-25 ਸਾਲ ਤੋਂ ਪਏ ਨੇ। तो डिस्प्ले पे है, थाली च पा के रख रखे, कोई आउंदा है एक अद्धा सिक्का कोई आइडेंटिफाई करके दे दिंदा मैनूं। सो अदरवाइज काफ़ी चीज़ां इत्थे हैगियां जिन्हां दा मैनूं हाले नहीं पता हैगा ते पर कोशिश हुंदी है मेरी कि जिहड़ी चीज़ रखी उहदे बारे मैनूं जानकारी होवे, सही जानकारी होवे ताकि मैं दस्सण वाले नूं सही इन्फॉर्मेशन दे सकां। जी नहीं बहुत ਵਧੀਆ ਲੱਗਾ ਜਿੰਨੀ ਵੀ ਤੁਸੀਂ ਇਨਫੋਰਮੇਸ਼ਨ ਦਿੱਤੀ, ਕਾਫੀ ਨੌਲੇਜੇਬਲ ਹੈ। ਤਾਂ ਮੈਨੂੰ ਲੱਗਦਾ ਕਿ ਇੰਨਾ ਤੇ ਸਾਨੂੰ ਹਿਸਟਰੀ ਦੇ ਵਿੱਚ ਮੈਨੂੰ ਯਾਦ ਨਹੀਂ ਹੋਇਆ ਹੋਣਾ ਕਿ ਇਹ ਸਿੱਧ ਘਾਟੀ ਦਾ ਇਹ ਹੜੱਪਾ ਸੱਭਿਅਤਾ ਦਾ, ਜਿੱਥੇ ਮੈਨੂੰ ਇੱਥੇ ਘੁੰਮ ਕੇ ਹੋ ਗਿਆ। ਉਹ ਕਹਿੰਦੇ ਨੇ ਕਿ ਪ੍ਰੈਕਟੀਕਲ ਤੇ ਥਿਉਰੀ ਦੇ ਵਿੱਚ ਇਹੀ ਫਰਕ ਹੁੰਦਾ ਹੈ। ਤੁਸੀਂ ਕੰਮ ਕਰਦੇ ਹੋ ਤਾਂ ਉਹ ਜ਼ਰੂਰੀ ਨਹੀਂ ਕਿ ਤੁਸੀਂ ਉਹਦੀ ਪੜ੍ਹਾਈ ਕੀਤੀ ਹੋਵੇ ਉਨੀ ਜ਼ਿਆਦਾ। ਹਾਂਜੀ, ਤੁਸੀਂ PhD ਕੀਤੀ ਹੈ ਫਿਰ ਹੀ ਤੁਸੀਂ ਮਿਊਜ਼ੀਅਮ ਖੋਲ ਸਕਦੇ ਹੋ। ਤੇ ਜੇ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਉਹਦੇ ਨਾਲ ਜ਼ਿਆਦਾ ਤੁਹਾਡੀ ਪ੍ਰੈਕਟਿਸ ਹੁੰਦੀ, ਤੁਹਾਨੂੰ ਜ਼ਿਆਦਾ ਜਾਣਕਾਰੀ ਮਿਲਦੀ ਹੈ। ਜੀ ਬਹੁਤ ਵਧੀਆ ਲੱਗਾ। ਤੇ ਤੁਹਾਡਾ ਜਿਹੜਾ ਮਿਊਜ਼ੀਅਮ ਹੈ, ਮੈਂ ਚਾਹੁੰਦੀ ਹਾਂ ਕਿ ਜਿੱਦਾਂ ਤੁਸੀਂ ਕਿਹਾ ਕਿ ਤੁਹਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਸਾਡੇ ਅੱਗੇ ਦੀ, ਉਹਨਾਂ ਲਈ ਵੀ ਤੁਸੀਂ ਇਹ ਬਣਾ ਰਹੇ ਹੋ, ਹੈ ਨਾ। ਤਾਂ ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਇਹ ਸਫ਼ਰ ਹੈ ਇਸੇ ਤਰ੍ਹਾਂ ਚੱਲਦਾ ਰਹੇ ਤੇ ਤੁਸੀਂ ਆਪਣੇ ਇਸ ਮਕਸਦ ਦੇ ਵਿੱਚ ਜ਼ਰੂਰ ਕਾਮਯਾਬ ਹੋਵੋ। ਹੁਣ ਮੈਂ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੀ ਤੇ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਜਾਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋ। ਜੀ ਮੈਂ ਸੋਚ ਰਿਹਾ ਸੀਗਾ ਕਿ ਤੁਸੀਂ ਇਜਾਜ਼ਤ ਮੇਰੇ ਤੋਂ ਲੈ ਲਈ, ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਹਰ ਵਾਰੀ ਕਿ ਜਾਣ ਤੋਂ ਪਹਿਲਾਂ ਮੈਂ ਅਖੀਰ ਦੇ ਵਿੱਚ ਇੱਕ ਰਿਕੁਐਸਟ ਜ਼ਰੂਰ ਕਰ ਦਿੰਦਾ ਸਾਰੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਕਿ ਇਹ ਸਾਡੀ ਵਿਰਾਸਤ ਹੈ। ਇਸ ਵਿਰਾਸਤ ਨੂੰ ਸਾਂਭਣ ਦੀ ਲੋੜ ਹੈ। ਸਰਕਾਰਾਂ ਜਿਹੜੀਆਂ ਨੇ ਸਾਡੀ ਵਿਰਾਸਤ ਨੂੰ ਖਤਮ ਕਰਨ ਤੇ ਤੁਲੀਆਂ ਹੋਈਆਂ ਨੇ। ਸਾਡੇ ਨਾਲ ਪੰਜਾਬ ਨਾਲ ਐਸਾ ਚ ਬੜਾ ਧੱਕਾ ਹੁੰਦਾ, ਸ਼ੁਰੂ ਤੋਂ ਸਾਡੀ ਹਿਸਟਰੀ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਮੈਂ ਉਹਦੇ 'ਚ ਥੋੜੀ ਬਹੁਤ ਕੰਟਰੀਬਿਊਸ਼ਨ ਆਪਣੀ ਪਾ ਰਿਹਾ ਕਿ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖੋ। ਜਿਹੜਾ ਇਨਸਾਨ ਜਿਹੜੀ ਕਮਿਊਨਿਟੀ, ਜਿਹੜੇ ਲੋਕ ਆਪਣੀ ਮਾਂ ਬੋਲੀ ਤੇ ਆਪਣੇ ਵਿਰਸੇ ਨੂੰ ਭੁੱਲ ਜਾਂਦੇ ਨੇ, ਉਹ ਕਦੇ ਕਾਮਯਾਬ ਨਹੀਂ ਹੁੰਦੇ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪੰਜਾਬੀ 'ਚ ਗੱਲ ਕਰਾਂ ਔਰ ਆਪਣੀ ਵਿਰਾਸਤ ਨੂੰ ਜਿਹੜਾ ਸੰਭਾਲ ਕੇ ਰੱਖਾਂ ਤੇ ਲੋਕਾਂ ਨੂੰ ਦਿਖਾਵਾਂ। ਸੋ ਇਹ ਮੇਰੀ ਤੁਹਾਨੂੰ ਵੀ ਸਾਰਿਆਂ ਨੂੰ, ਇਹ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਇਹ ਅਪੀਲ ਹੈ ਕਿ ਆਪਣੀ ਹੈਰੀਟੇਜ ਨੂੰ ਸੰਭਾਲ ਕੇ ਰੱਖੋ। ਜੀ ਥੈਂਕ ਯੂ ਜੀ ਸੋ ਮਚ। ਤੁਹਾਡੇ ਕੋਲੋਂ ਇਜਾਜ਼ਤ ਲਵਾਂਗੀ ਤੇ ਦਰਸ਼ਕਾਂ ਤੋਂ ਵੀ ਇਜਾਜ਼ਤ ਲਵਾਂਗੀ ਤੇ ਉਮੀਦ ਕਰਦੀ ਹਾਂ ਸਾਂਝੇ ਵਿਰਸੇ ਦਾ ਇਹ ਐਪੀਸੋਡ ਤੁਹਾਨੂੰ ਜ਼ਰੂਰ ਚੰਗਾ ਲੱਗਾ ਹੋਵੇਗਾ ਤੇ ਸਾਨੂੰ ਜ਼ਰੂਰ ਦੱਸਿਓ ਰਿਵਰਟ ਬੈਕ ਕਰਕੇ ਕਿ ਅੱਜ ਦਾ ਐਪੀਸੋਡ ਤੁਹਾਨੂੰ ਕਿਵੇਂ ਲੱਗਾ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਾਲਾਂ ਤੋਂ ਕਾਲੇ ਇਲਮ ਦੇ ਤਜਰਬੇਕਾਰ ਮੀਆਂ ਭਾਰਤੀ ਜੀ ਹਰ ਸਮੱਸਿਆ ਦਾ ਹੱਲ 100% ਗਾਰੰਟੀ ਦੇ ਨਾਲ। ਪਰੇਸ਼ਾਨੀ ਕੋਈ ਵੀ ਹੋਵੇ, ਲਵ ਮੈਰਿਜ, ਮਨਚਾਹਾ ਪਿਆਰ ਵਾਪਸ ਪਾਉਣਾ, ਗ੍ਰਹਿ ਕਲੇਸ਼, ਵਸ਼ੀਕਰਨ, ਨੌਕਰੀ ਕਾਰੋਬਾਰ ਦਾ ਨਾ ਚੱਲਣਾ, ਵਿਦੇਸ਼ ਵਿੱਚ ਪੱਕੇ ਹੋਣਾ, ਹਰ ਥਾਂ ਤੋਂ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਮਿਲੋ ਮੀਆਂ ਭਾਰਤੀ ਜੀ। ਆਪਣੀ ਹਰ ਸਮੱਸਿਆ ਦਾ ਹੱਲ ਕਰਾਉਣ ਦੇ ਲਈ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ।